ਵਾਹਿਗੁਰੂ ਸਾਹਿਬ ਜੀ। ਮਾਰੂ ਮਹਲਾ ਤੀਜਾ। ਮਾਰੂ ਤੇ ਸੀਤਲ ਕਰੇ, ਮਨੁ ਰਹੋ ਕੰਚਨ ਹੋਇ। ਸੋ ਸਾਚਾ ਸਾਲਾਹੀਐ, ਤਿਸ ਜੇ ਵਡਿਆਵਰ ਨ ਕੋਇ। ਮਾਰੂ ਤੇ ਸੀਤਲ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗੀ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੀ ਪਿਆਰ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਇ ਮਨੁਆ, ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ, ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹਲਾ ਤੀਜਾ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਣ ਆਵੇ। ਤੀਜੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਮਹਾਰਾਜ ਜੀ ਮਾਰੂ ਰਾਗ ਦੇ ਵਿੱਚ ਇਹ ਆਖਰੀ ਸ਼ਬਦ ਉਚਾਰ ਰਹੇ ਹਨ। ਮਾਰੂ ਤੇ ਸੀਤਲ ਕਰੇ। ਮਾਰੂ ਕਹਿੰਦੇ ਨੇ ਰੇਗਿਸਤਾਨ ਦੇ ਇਲਾਕੇ ਨੂੰ। ਪਰਮੇਸ਼ਰ ਦਾ ਜਿਹੜਾ ਅੰਮ੍ਰਿਤ ਨਾਮ ਹੈ, ਇਹ ਰੇਗਿਸਤਾਨ ਦੇ ਰੇਤੇ ਤੋਂ ਵੀ ਵੱਧ ਤਪਦੇ ਹੋਏ ਮਨ ਨੂੰ ਠੰਡਾ ਕਰਦਾ ਹੈ। ਤਪਤ ਮਾਹੇ ਠਾਂਡ ਵਰਤਾਈ, ਆਨੰਦ ਪਾਇਆ ਦੁੱਖ ਨਾਠੇ ਪਾਈ। ਜੋ ਚੰਦਨ ਚਾਂਦਨ ਸਰਦ ਰੁੱਤ, ਚੰਦਨ ਦਾ ਬ੍ਰਿਕਸ਼ ਲੋਕਾਂ ਨੇ ਠੰਡਾ ਮੰਨਿਆ। ਮਹਾਰਾਜ ਕਹਿੰਦੀ ਉਹ ਵੀ ਠੰਡਾ ਨਹੀਂ ਹੈ। ਸਰਦੀ ਦੀ ਰੁੱਤ ਪੋਹ ਮਾਘ ਦੇ ਦਿਨ ਬੜੇ ਠੰਡੇ ਮੰਨੇ ਨੇ। ਪਾਤਸ਼ਾਹ ਕਹਿੰਦੇ ਉਹ ਵੀ ਠੰਡੇ ਨਹੀਂ ਹਨ। ਚੰਦਨ ਚੰਦ ਚੰਦਰਮਾ ਵੀ ਠੰਡਾ ਨਹੀਂ ਹੈ, ਕਿਉਂਕਿ ਜਿਹੜਾ ਚੰਦਨ ਦਾ ਬ੍ਰਿਕਸ਼ ਹੈ ਇਹ ਮਨ ਨੂੰ ਠੰਡਾ ਨਹੀਂ ਕਰ ਸਕਦਾ। ਸੱਪ ਇਹਦੇ ਨਾਲ ਲਪੇਟੇ ਰਹਿੰਦੇ, ਜਿੰਨਾ ਚਿਰ ਕੋਲ ਰਹਿੰਦੇ ਉਹਨਾਂ ਚਿਰ ਸ਼ਾਂਤੀ ਰਹਿੰਦੀ, ਬਾਅਦ ਵਿੱਚ ਫਿਰ ਤਪਸ਼ ਨਾਲ ਸੜਦੇ ਰਹਿੰਦੇ। ਚੰਦਰਮਾ ਦੀਆਂ ਕਿਰਨਾਂ ਵੀ ਵਿਛੋੜੇ ਵਾਲਿਆਂ ਨੂੰ ਤਿੱਖੇ ਤੀਰਾਂ ਦੀ ਤਰ੍ਹਾਂ ਲੱਗਦੀਆਂ ਨੇ। ਸਰਦੀ ਦੀ ਰੁੱਤ ਵੀ ਵਿਛੋੜੇ ਵਾਲਿਆਂ ਵਾਸਤੇ, ਜਾਂ ਜਿਹੜੇ ਦੁਖੀ ਲੋਕ ਨੇ ਜਿਨ੍ਹਾਂ ਦੀ ਲੱਤ ਬਾਂਹ ਟੁੱਟੀ ਹੋਈ ਹੈ, ਭਾਵੇਂ ਸਰਦੀ ਦੀ ਰੁੱਤ ਹੈ ਉਹ ਤਾਂ ਵਿਚਾਰੇ ਰੋਣਗੇ। ਇਉਂ ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਘਾਮ ਕਦਾ ਚਿਤ ਵੀ। ਇਹਨਾਂ ਚੀਜ਼ਾਂ ਤੋਂ ਮਨ ਦੀ ਤਪਸ਼ ਨਹੀਂ ਮਿਟਦੀ। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਹਰੀ ਦਾ ਨਾਮ ਜਪਣ ਤੋਂ ਹੀ ਮਨ ਜਿਹੜਾ ਉਹ ਸੀਤਲ ਹੁੰਦਾ ਹੈ।
ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਤਪਦੇ ਸੜਦੇ ਪੁੱਜਦੇ ਸੰਸਾਰ ਦੇ ਵਿੱਚ ਤਪਦੇ ਹੋਏ ਮਨਾਂ ਦੇ ਵਿੱਚ ਠੰਡ ਵਰਤਾ ਦਿੱਤੀ, ਸੁਖ ਸ਼ਾਂਤੀ ਵਰਤਾ ਦਿੱਤੀ ਹੈ। ਸਾਡਾ ਮਨ ਰੇਗਿਸਤਾਨ ਦੀ ਰੇਤੀ ਤੋਂ ਵੀ ਵੱਧ ਤਪਦਾ ਸੀਗਾ, ਪਰ ਪਰਮੇਸ਼ਰ ਦਾ ਅੰਮ੍ਰਿਤ ਵਰਗਾ ਨਾਮ ਇਹੋ ਜਿਹਾ ਠੰਡਾ ਹੈ ਜਿਹਨੇ ਸੀਤਲ ਕਰ ਦਿੱਤਾ ਹੈ। ਮਨੁ ਰਹੋ ਕੰਚਨ ਹੋ। ਅਤੇ ਇੱਕ ਹੁੰਦਾ ਇਸਪਾਤ ਲੋਹਾ, ਇੱਕ ਹੁੰਦਾ ਹੈ ਗਲਿਆ ਸੜਿਆ ਜੰਗਾਲ ਦਾ ਮਾਰਿਆ। ਮਨੂਰ ਗਲੇ ਸੜੇ ਲੋਹੇ ਦੀ ਮੈਲ ਦਾ ਨਾਮ ਹੈ। ਸਾਡਾ ਮਨ ਲੋਹੇ ਦੀ ਮੈਲ ਦੀ ਤਰ੍ਹਾਂ ਮਨੂਰ ਹੋਇਆ ਸੀ। ਇਹਦੇ ਤੋਂ ਕੰਚਨ ਸੋਨੇ ਦੀ ਤਰ੍ਹਾਂ ਸ਼ੁੱਧ ਹੋ ਜਾਂਦਾ, ਸ਼ੁੱਧ ਕਰ ਦਿੱਤਾ ਹੈ। ਇਸੇ ਪ੍ਰਕਾਰ ਮਾਰੂ ਤੇ ਸੀਤਲ ਕਰੇ। ਜਿਵੇਂ ਮਾਰੂਥਲ ਵਾਲੇ ਇਲਾਕੇ ਵਿੱਚ ਵਰਖਾ ਪਵੇ ਤਾਂ ਸੀਤਲਤਾ ਹਰਿਆਵਲਤਾ ਹੁੰਦੀ ਹੈ, ਨਹੀਂ ਤਾਂ ਉੱਥੇ ਰੇਤਾ ਉਸੇ ਤਰ੍ਹਾਂ ਉੱਡਦਾ ਰਹਿੰਦਾ ਹੈ। ਇਸੇ ਪ੍ਰਕਾਰ ਜਿਹੜਾ ਮਨ ਹੈ ਇਹ ਮਾਰੂਥਲ ਦੀ ਨਿਆਈ ਹੈ। ਜੇਕਰ ਗੁਰੂ ਰੂਪ ਬਦਲ ਉਪਦੇਸ਼ ਰੂਪ ਵਰਖਾ ਵਰਸਾ ਦੇਣ ਤਾਂ ਸੀਤਲਤਾ ਹੁੰਦੀ ਹੈ, ਨਹੀਂ ਤਾਂ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਭੋਗਣ ਦੀ ਵਾਸ਼ਨਾ ਰੂਪ ਰੇਤ ਹੀ ਉੱਡਦੀ ਰਹਿੰਦੀ ਹੈ। ਤ੍ਰਿਸ਼ਨਾ ਰੂਪ ਰੇਤ ਹੀ ਉੱਡਦੀ ਰਹਿੰਦੀ ਹੈ। ਮਨੁ ਰਹੋ ਕੰਚਨ ਹੋ। ਜਿਵੇਂ ਪਾਰਸ ਲੋਹੇ ਦੀ ਮੈਲ ਤੋਂ ਬਣੇ ਹੋਏ ਲੋਹ ਚੂਨ ਨੂੰ ਸੋਨਾ ਬਣਾਉਂਦਾ ਹੈ, ਇਸੇ ਤਰ੍ਹਾਂ ਗੁਰੂ ਰੂਪੀ ਪਾਰਸ ਲੋਹੇ ਦੀ ਮੈਲ ਵੱਤ ਪਾਪੀ ਹਿਰਦੇ ਵਾਲੇ ਪੁਰਖਾਂ ਨੂੰ ਕੰਚਨ ਦੀ ਤਰ੍ਹਾਂ ਸ਼ੁੱਧ ਬਣਾ ਦਿੰਦਾ ਹੈ। ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ ਏਕ ਨਾਮ ਅੰਮ੍ਰਿਤ ਉਹ ਦੇਵੈ, ਤਉ ਨਾਨਕ ਤ੍ਰਿਸ਼ਟ ਸਦੇਹਾ। ਸੋ ਸਾਚਾ ਸਾਲਾਹੀਐ। ਉਸ ਸਾਚਾ ਸਦਾ ਅਸਥਿਤ ਰਹਿਣ ਵਾਲੀ ਪਰਮੇਸ਼ਰ ਦੀ ਸਿਫਤ ਸਲਾਹ ਕਰੀਏ। ਤਿਸ ਜੇ ਵਡ ਅਵਰ ਨਾ ਕੋ। ਤਿਸ ਜਿੱਡਾ ਵੱਡਾ ਕੋਈ ਹੋਰ ਨਹੀਂ ਹੈ। ਮੇਰੇ ਮਨ ਮੇਰੇ ਅਮਨ ਆਨ ਦਿਨ ਧਿਆਏ ਹਰ ਨਾਮ। ਰਾਤ ਦਿਨ ਹਰੀ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਧਿਆ। ਆਰਾਧਨਾ ਅਰਾਧ ਅਨੇਕਾ, ਹਰ ਹਰ ਨਾਮ ਆਰਾਧਨਾ। ਸਤਿਗੁਰ ਕੈ ਬਚਨ ਅਰਾਧਤੋ। ਸਤਿਗੁਰਾਂ ਦੇ ਬਚਨ ਉਪਦੇਸ਼ ਨੂੰ ਦਿਲ ਵਿੱਚ ਵਸਾ ਕੇ ਤੂੰ ਪਰਮੇਸ਼ਰ ਨੂੰ ਆਰਾਧਨਾ ਕਰ, ਧਿਆਉਣਾ ਕਰ। ਜਾਂ ਸਤਿਗੁਰਾਂ ਦੇ ਬਚਨਾਂ ਦੁਆਰਾ ਦਿਲ ਦੀ ਭਾਵਨਾ ਨਾਲ ਪ੍ਰਭੂ ਨੂੰ ਯਾਦ ਕਰ। ਆਨ ਦਿਨ ਗੁਣ ਗਾਓ। ਅਤੇ ਰਾਤ ਦਿਨੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰ। ਰਹਾ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਗੁਰਮੁਖ ਏਕੋ ਜਾਣੀਐ। ਤਦ ਗੁਰਮੁਖਾਂ ਦੀ ਸੰਗਤ ਦੁਆਰਾ ਜਾਂ ਮੁਖੀ ਗੁਰਾਂ ਦੀ ਸੰਗਤ ਦੁਆਰਾ ਇੱਕ ਅਕਾਲ ਪੁਰਖ ਨੂੰ ਜਾਣਨਾ ਚਾਹੀਦਾ ਹੈ। ਜਾ ਸਤਿਗੁਰ ਦੇ ਬੁਝਾ। ਜਦ ਸਤਿਗੁਰੂ ਜੀ ਸਿੱਖਿਆ ਸਮਝਾ ਦੇਣਾ ਕਰਨ। ਸੋ ਸਤਿਗੁਰ ਸਾਲਾਹੀਐ। ਉਸ ਤਤਪਦ ਦੇ ਲੱਖਰ ਦਰੂਪ ਸਤਿਗੁਰਾਂ ਨੂੰ ਸਲਾਹੁਣਾ ਕਰੀਏ। ਜੇ ਦੂ ਇਹ ਸੋਜੀ ਪਾ। ਜਿਨ੍ਹਾਂ ਸਤਿਗੁਰਾਂ ਤੋਂ ਇਹ ਬ੍ਰਹਮ ਗਿਆਨ ਦੀ ਗਿਆਤ ਪਾਉਣਾ ਕਰੀਦੀ ਹੈ। ਸਤਿਗੁਰ ਛੋੜ ਦੂਜਾ ਲੱਗੇ। ਜਿਹੜੇ ਸਤਿਗੁਰਾਂ ਨੂੰ ਛੱਡ ਕੇ ਦ્વੈਤ ਭਾਵ ਜਾਂ ਦੂਸਰੇ
ਦੇਵੀ ਦੇਵਤਿਆਂ ਦੀਆਂ ਉਪਾਸਨਾ ਵਿੱਚ ਲੱਗੇ ਹੋਏ ਹਨ। ਕਿਆ ਕਰਨ ਅੱਗੇ ਜਾਏ, ਉਹ ਅੱਗੇ ਪਰਲੋਕ ਵਿੱਚ ਜਾ ਕੇ ਭਲਾ ਕੀ ਕਰਨਗੇ, ਮਤਲਬ ਦੋਖੀ ਪਾਉਣਗੇ। ਜਮਪੁਰ ਬੱਧੇ ਮਾਰਿਆ ਹੈ, ਉਹ ਜਮਾਂ ਦੀ ਪੁਰੀ ਵਿੱਚ ਔਗਣਾ ਰੂਪ ਰੱਸਿਆਂ ਨਾਲ ਜਾਂ ਸੰਗਨਾਂ ਨਾਲ ਬੱਧੇ ਹੋਏ ਮਾਰੀ ਦੇ ਹਨ। ਬਹੁਤੀ ਮਿਲੈ ਸਜਾ, ਅਤੇ ਬਹੁਤੀਆਂ ਸਜ਼ਾਵਾਂ ਉਹਨਾਂ ਨੂੰ ਮਿਲਦੀਆਂ ਹਨ। ਬਹੁਤੀਆਂ ਜੂਨਾਂ ਵਿੱਚ ਪਰਮਨ ਰੂਪ ਉਹਨਾਂ ਨੂੰ ਸਜ਼ਾ ਮਿਲਦੀ ਹੈ। ਸੋ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉ ਮਥਨ ਮਾਧਾਣੀ ਹੈ ਤਿਉ ਮਥੇ ਧਰਮ ਰਾਈ। ਪੌੜੀ ਆਸਾ ਦੀ ਵਾਰ। ਆਪੀ ਨ ਭੋਗ ਭੋਗ ਕੈ ਹੋਏ ਭਸ ਮੜ ਭੌਰ ਸਿਧਾਇਆ। ਰੰਗ ਰਲੀਆਂ ਮਾਣ ਕੇ ਬੰਦਾ ਖੁਦ ਸਵਾਦੀ ਢੇਰੀ ਹੋ ਜਾਂਦਾ ਅਤੇ ਉਹਦੀ ਆਤਮਾ ਟੁਰ ਪੈਂਦੀ ਹੈ ਪਰਲੋਕ ਨੂੰ। ਵੱਡਾ ਹੋਆ ਦੁਨੀਦਾਰ, ਵੱਡਾ ਲਾਣੇਦਾਰ ਬਣਿਆ ਹੋਇਆ ਸੀਗਾ, ਦੁਨੀਆਦਾਰ ਗ੍ਰਸਤੀ ਬਣਿਆ ਹੋਇਆ ਸੀਗਾ। ਕਿਸੇ ਦਾ ਦਾਦਾ, ਕਿਸੇ ਦਾ ਨਾਨਾ, ਕਿਸੇ ਦਾ ਕੁਛ, ਕਿਸੇ ਦਾ ਕੁਛ। ਜਦੋਂ ਮਰ ਜਾਂਦਾ ਗਲ ਸੰਗਲ ਖਤ ਚਲਾਇਆ, ਉਹਦੀ ਗਰਦਨ ਦੁਆਲੇ ਜੰਜੀਰ ਪਾ ਲਿਆ ਜਾਂਦਾ ਅਤੇ ਉਹ ਅੱਗੇ ਲਾ ਲਿਆ ਜਾਂਦਾ, ਜਿਵੇਂ ਡੰਗਰ ਨੂੰ ਅੱਗੇ ਲਾ ਲਈਦਾ। ਅੱਗੇ ਕਰਨੀ ਕੀਰਤ ਵਾਚੀ ਹੈ। ਉੱਥੇ ਉਸ ਦੇ ਚੰਗੇ ਅਤੇ ਮੰਦੇ ਕਰਮ ਵਿਚਾਰੇ ਜਾਂਦੇ ਨੇ। ਬਹਿ ਲੇਖਾ ਕਰ ਸਮਝਾਇਆ, ਬਿਠਾ ਕੇ ਚੰਗੀ ਤਰ੍ਹਾਂ ਦਿਮਾਗ ਠੰਡਾ ਕਰਕੇ ਉਹਦੀ ਅਕਲ ਟਿਕਾਣੇ ਲਿਆ ਕੇ ਮਾਰ ਮਾਰ ਕੇ ਮੜ ਮੋਲਾ ਕਰ ਛੱਡਦੇ। ਉੱਥੇ ਬਿਠਾਉਣ ਤੱਕ ਬੰਦੇ ਦੀ ਨਿਸ਼ਾ ਹੋ ਜਾਂਦੀ, ਠੰਡਾ ਹੋ ਜਾਂਦਾ। ਫਿਰ ਉਹਨੂੰ ਉਹਦਾ ਹਿਸਾਬ ਕਿਤਾਬ ਦਰਸਾਇਆ ਜਾਂਦਾ। ਥਾਉ ਨਾ ਹੋਵੀ ਪਾਉਂਦੀ, ਜਦ ਕੁੱਟ ਪੈਂਦੀ ਹੈ ਤਦ ਉਹਨੂੰ ਪਨਾਹ ਦੀ ਥਾਂ ਨਹੀਂ ਮਿਲਦੀ। ਪਾਉਂਦੀ ਦਾ ਮਤਲਬ ਚਰਨ ਦਾਸੀ ਹੈ। ਜੁੱਤੀਆਂ ਪੈਂਦੀਆਂ ਨੂੰ ਵਾਰ ਨਹੀਂ ਆਉਂਦਾ। ਜੁੱਤੀਆਂ ਪੈਂਦੀਆਂ ਨੇ, ਇਹ ਮਖੌਲ ਨਾ ਸਮਝਿਓ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਚਨ ਨੇ, ਗੁਰੂ ਸਾਹਿਬ ਝੂਠ ਨਹੀਂ ਬੋਲਦੇ ਨਾ ਮਖੌਲ ਕਰਦੇ ਨੇ। ਜੁੱਤੀਆਂ ਪੈਂਦੀਆਂ ਮਹਾਰਾਜ ਨੇ ਵੇਖੀਆਂ ਨੇ, ਅਤੇ ਜਿਨ੍ਹਾਂ ਦੇ ਪਈਆਂ ਉਹਨਾਂ ਯੂਟਿਊਬ 'ਤੇ ਮੈਂ ਸੁਣਿਆ ਵੀ ਮੇਰੇ ਪਈਆਂ। ਅਮਰੀਕਾ ਦੇ ਵਿੱਚ ਹੈ ਇੱਕ ਸਿੰਘ ਹੀ ਹੈ, ਅਤੇ ਕਹਿੰਦਾ ਵੀ ਮੈਂ ਟਰੱਕ ਚਲਾਉਂਦਾ ਜਿਸ ਤਰ੍ਹਾਂ ਅੰਦਰ ਗੁੱਬ ਗੁਬਾੜ ਉੱਠਿਆ, ਕੋਈ ਗੋਲਾ ਫਟਿਆ, ਮੈਨੂੰ ਬੜਾ ਦੁੱਖ ਲੱਗਾ। ਇੱਕਦਮ ਪਤਾ ਨਹੀਂ ਟਰੱਕ ਚਲਾਉਂਦਿਆਂ ਕੀ ਹੋਇਆ, ਕੁਦਰਤੀ ਰੈਸਟ ਏਰੀਆ ਆ ਗਿਆ। ਸਾਈਡ ਦੀ ਕਰਕੇ ਕਹਿੰਦਾ ਮੈਂ ਰੋਕਦਿਆਂ ਮਸਾਂ ਹੀ ਆਪਣਾ ਆਪ ਹੈਂਡਲ ਸੰਭਲਿਆ। ਉਹ ਸਟੀਅਰਿੰਗ ਨੂੰ ਸੰਭਲ ਕੇ ਬ੍ਰੇਕ ਲਾ ਕੇ, ਨਾਲ ਦਾ ਬੰਦਾ ਨਾਲ ਵੀ ਬੈਠਾ ਸੀਗਾ, ਅਤੇ ਬਾਰੀ ਖੋਲ੍ਹ ਕੇ ਉਤਰਨ ਲੱਗਾ। ਮੇਰੇ ਕੋਲ ਉਤਰਿਆ ਨਹੀਂ ਗਿਆ, ਹੇਠਾਂ ਪੈਰ ਫਿਸਲ ਗਿਆ। ਥੱਲੇ ਪੈਰ ਨੇ ਭਾਰ ਹੀ ਨਹੀਂ ਚੁੱਕਿਆ ਅਤੇ ਨੱਕ ਭਰਨੇ ਸੜਕ ਦੇ ਉੱਪਰ ਡਿੱਗ ਪਿਆ। ਮੂੰਹ 'ਚੋਂ ਖੂਨ, ਨੱਕ 'ਚੋਂ ਖੂਨ, ਅਤੇ ਮੱਥਾ ਧਰਤੀ 'ਤੇ ਵੱਜਾ। ਨਾਲ ਦੇ ਬੰਦੇ ਕਹਿੰਦੇ ਘਬਰਾ ਗਏ ਵੀ ਇਹ ਕੀ ਹੋ ਗਿਆ। ਉਹਨਾਂ ਫੋਨ ਫਾਨ ਘੁਮਾਇਆ 001 ਇਸ ਤਰ੍ਹਾਂ ਦਾ ਕੋਈ ਨੰਬਰ ਹੈ। ਇੱਕਦਮ ਹੈਲੀਕਾਪਟਰ ਆਇਆ, ਐਂਬੂਲੈਂਸ ਆਈ, ਫਾਇਰ ਬ੍ਰਿਗੇਡ, ਡਾਕਟਰ ਕੀ, ਮਰ ਉਹਨਾਂ ਨੂੰ ਵਕਤ ਪੈ ਗਿਆ। ਅਤੇ ਉਹਨੇ ਸ਼ਾਇਦ 40 ਨੰਬਰ ਰੋਡ ਦੱਸਿਆ। ਕਹਿੰਦੇ 15 ਕੁ ਮਿੰਟ ਦਾ ਹੌਸਪੀਟਲ ਦਾ ਰਸਤਾ। ਮੈਨੂੰ ਚੁੱਕ ਚੱਕ ਕੇ ਲੰਮੇ ਪਾ ਕੇ ਐਂਬੂਲੈਂਸ 'ਚ ਉੱਥੇ ਲੈ ਗਏ। ਕਹਿੰਦਾ ਹੌਸਪੀਟਲ ਪਹੁੰਚਿਆ ਮੈਨੂੰ ਪਤਾ ਲੱਗਾ ਵੀ ਮੈਂ ਪਹੁੰਚ ਗਿਆ। ਸਾਰੀ ਸੋਝੀ ਆ ਮੈਨੂੰ, ਗੱਲਾਂ ਬਾਤਾਂ ਹੁੰਦੀਆਂ ਸੁਣੀ ਦੀਆਂ ਨੇ, ਮਸ਼ੀਨਾਂ ਲਾਈਆਂ ਹੋਈਆਂ ਨੇ ICU ਦੇ ਵਿੱਚ। ਡਾਕਟਰ ਗੱਲਾਂ ਬਾਤਾਂ ਕਰਦੇ ਸੁਣਦੇ ਨੇ।
ਫਿਰ ਇੱਕਦਮ ਮੈਂ ਬੇਹੋਸ਼ ਹੋ ਗਿਆ। ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਕੀ ਹੋਇਆ। ਮੈਨੂੰ ਨਹੀਂ ਪਤਾ ਮੈਂ ਜਿਉਂਦਾ ਸੀਗਾ, ਮੈਨੂੰ ਨਹੀਂ ਪਤਾ ਮੈਂ ਮਰ ਗਿਆ, ਮੈਨੂੰ ਨਹੀਂ ਪਤਾ ਵੀ ਮੈਂ ਸੌਂ ਗਿਆ ਇੱਕ ਸੁਪਨੇ ਦੀ ਤਰ੍ਹਾਂ। ਅਤੇ ਬਿਨਾਂ ਕੱਪੜਿਆਂ ਤੋਂ ਮੈਂ ਆਪਣੇ ਆਪ ਨੂੰ ਬੜਾ ਸ਼ਰਮ ਮਹਿਸੂਸ ਕਰਦਾ ਸੀ ਕਿ ਮੇਰੇ ਕੱਪੜੇ ਕਿੰਨੇ ਉਤਾਰ ਦਿੱਤੇ। ਅਤੇ ਇੰਨੇ ਚਿਰ ਨੂੰ 3-4 ਬੰਦੇ ਚੰਗੇ ਹੱਟੇ ਕੱਟੇ, ਐਨ ਪੱਕੇ ਰੰਗ ਉਹਨਾਂ ਦੇ, ਅਤੇ ਸਿਰ ਦੇ ਜਿਹੜੇ ਵਾਲ ਸਨ ਉਹ ਪਿਛਾਂਹ ਨੂੰ ਛੱਡੇ ਹੋਏ, ਅਤੇ ਵਾਲ ਉਹਨਾਂ ਦੇ ਕਹਿੰਦੇ ਪੈਰਾਂ ਤੱਕ, ਗਿੱਟਿਆਂ ਤੱਕ ਬੜੇ ਬੜੇ ਲੰਬੇ, ਅਤੇ ਮੇਰੇ ਵੀ ਕਹਿੰਦਾ ਵਾਲ ਉਹਨਾਂ ਵਰਗੇ ਹੀ ਬਣ ਗਏ। ਸਿਰ ਮੇਰਾ ਖੁੱਲ੍ਹਿਆ ਹੋਇਆ, ਉਹ ਤਰ੍ਹਾਂ ਉਹ ਪੱਗ ਵਾਲਾ ਸਿੰਘ ਕਥਾਵਾਚਕ ਕਹਿੰਦਾ ਕਥਾ ਮੈਂ ਕਰਨੀ, ਪੂਰਾ ਇਹਨੂੰ ਉਪਦੇਸ਼ ਸੋਹਣਾ ਦੇਣਾ। ਇਸੇ ਤਰ੍ਹਾਂ ਹੀ ਕਿ ਅੱਗੇ ਜਮ ਕਾਲ ਲੇਖਾ ਲੇਵੈ, ਇਹ ਸੰਗਤ ਜੀ ਵਾਹਿਗੁਰੂ ਵਾਹਿਗੁਰੂ ਜਪੋ। ਸੰਗਤ ਦਾ ਸੁਣ ਕੇ ਨਿਤਨੇਮ ਕਰੀ ਜਾਂਦੀ, ਵਾਹਿਗੁਰੂ ਕਰੀ ਜਾਂਦੀ, ਅਤੇ ਆਪਾਂ ਬੋਲ ਕੇ ਤੁਰ ਜਾਂਦੇ, ਜਾਂ ਤਾਂ ਆਪ ਵੀ ਕੁਛ ਕਰੀਏ। ਇਸ ਤਰ੍ਹਾਂ ਬੜਾ ਕਹਿੰਦੇ ਲੋਕਾਂ ਨੂੰ ਸਮਝਾਇਆ, ਸਿੱਧੇ ਰਸਤੇ ਪਾਇਆ, ਬੜੇ ਬੜੇ ਪ੍ਰਮਾਣ ਬਾਣੀ ਦੇ ਪੜ੍ਹ ਸੁਣਾਏ। ਅੱਗੇ ਜਮ ਕਾਲ ਲੇਖਾ ਲੇਵੈ, ਜਿਉਂ ਤਿਲ ਕਹਾਣੀ ਪੀੜਾਈਂਦਾ, ਪਰ ਆਪ ਅਮਲ ਨਹੀਂ ਕੀਤਾ। ਕਬੀਰ ਅਵਰੈ ਕੋ ਉਪਦੇਸ਼ ਤੇ, ਮੁਖ ਮੇ ਪਰ ਹੈ ਰੇਤ, ਰਾਸ ਬਰਾਨੀ ਰਾਖਤੇ, ਖਾਇਆ ਘਰ ਕਾ ਖੇਤ। ਸਾਡੀ ਤਾਂ ਡਿਊਟੀ ਹੈ, ਡਿਊਟੀ ਨਿਭਾਓ ਜੇ ਚੜ੍ਹਦੀ ਕਲਾ, ਬੋਝੀ 'ਚ ਪੈਸੇ ਪਾਓ ਅਤੇ ਸਤਿਨਾਮ ਵਾਹਿਗੁਰੂ। ਕੰਮ ਨਿਬੜਿਆ, ਝਗੜਾ ਪਾਰ ਪਿਆ। ਇੰਝ ਕਹਿੰਦਾ ਮੇਰਾ ਜੀਵਨ ਸੀਗਾ, ਅਤੇ ਕਦੀ ਸੋਚਿਆ ਹੀ ਨਹੀਂ ਸੀ ਵੀ ਕਿਸੇ ਦਾ ਭਲਾ ਕਰਨਾ ਜਾਂ ਕਿਸੇ ਦੀ ਮਦਦ ਕਰਨੀ ਜਾਂ ਕੋਈ ਚੰਗਾ ਕਰਮ ਕਰੀਏ। ਅੱਗੇ ਬਾਰੇ ਕੋਈ ਸਮਝ ਨਹੀਂ ਸੀ। ਉਹ ਬੋਲੀ ਦਾ ਕਹਿੰਦਾ ਬਥੇਰਾ ਸੀਗਾ। ਕਹਿੰਦਾ ਵੀ ਦੋ ਨੇ ਮੈਨੂੰ ਬਾਹਾਂ ਤੋਂ ਫੜਿਆ, ਇੱਕ ਸੱਜੇ ਇੱਕ ਖੱਬੇ, ਅਤੇ ਇੱਕ ਮੇਰੇ ਮਗਰ ਉਹਨੇ ਲਾ ਲਈ ਜੁੱਤੀ। ਕਹਿੰਦਾ ਚੱਲ ਪੁੱਤ, ਠਾ ਠਾ। ਪਤਾ ਹੀ ਨਹੀਂ ਲੱਗਾ ਵੀ ਕਿੰਨੀਆਂ 1 ਮਿੰਟ ਦੇ ਵਿੱਚ ਉਹਨੇ ਵਰਾ ਦਿੱਤੀਆਂ ਜੁੱਤੀਆਂ ਮਾਰਦੀਆਂ। ਕਹਿੰਦੇ ਚੱਲ ਬਹੁਤ ਚੱਲ। ਕਹਿੰਦੇ ਮੈਂ ਤੁਰਾਂ ਨਾ ਅਤੇ ਜੁੱਤੀਆਂ ਖਾਈ ਜਾਵਾਂ। ਉਹਨਾਂ ਮਾਰਿਆ ਮਗਰੋਂ ਪੈਰ, ਮੈਨੂੰ ਲਾ ਲਿਆ ਅੱਗੇ, ਅਤੇ ਜਿਉਂ ਭਜਾਇਆ ਮੈਨੂੰ ਸਾਹੋ ਸਾਈ ਸਾਹ ਚੜ੍ਹਿਆ ਹੋਇਆ। ਭੱਜਿਆ ਮੇਰੇ ਕੋਲ ਜਾਵੇ ਨਾ। ਕਣਕ ਦੀ ਵੱਢ, ਕਹਿੰਦਾ ਉਹ ਦਿਨ ਕਣਕ ਦੀਆਂ ਵਾਢੀਆਂ ਦੇ ਸਨ। ਮੈਨੂੰ ਪਤਾ ਲੱਗ ਰਿਹਾ, ਕਹਿੰਦਾ ਇਹ ਨਹੀਂ ਮੈਨੂੰ ਮਹਿਸੂਸ ਵੀ ਮੈਂ ਮਰ ਗਿਆ, ਮੈਂ ਸਮਝਦਾ ਵੀ ਮੈਂ ਜਿਉਂਦਾ ਹੀ ਹਾਂ। ਕਣਕ ਦੇ ਵੱਢਾ ਥਾਣੀ ਬੁਰੇ ਹਾਲ ਕਰ ਦਿੱਤੇ, ਮੂੰਹ 'ਚੋਂ ਝੱਗ ਵਗੇ ਪਿਆ, ਅੱਖਾਂ 'ਚੋਂ ਪਾਣੀ, ਬੁਰੇ ਹਾਲ ਹੋ ਗਏ ਗਰਮੀ ਦੇ ਨਾਲ। ਅਤੇ ਦੇਖਣੋਂ ਰਹਿ ਗਿਆ, ਮੁੜਕਾ ਪੈ ਕੇ ਅੱਖਾਂ ਦੇ ਵਿੱਚ। ਕੇਸ ਅੱਗੇ ਬੜਾ ਕਹਿੰਦਾ ਉਹਨਾਂ ਦੌੜ ਲਵਾਈ, ਜੁੱਤੀਆਂ ਮਾਰੀ ਗਏ, ਹਟੇ ਨਹੀਂ। ਇੱਕ ਦਾ ਕੰਮ ਹੀ ਸੀ, ਮਗਰੋਂ ਜੁੱਤੀਆਂ ਮਾਰੀ ਗਿਆ, ਮਾਰੀਆਂ ਵੀ ਸਿਰ 'ਚ। ਕਹਿੰਦਾ ਇੰਨਾ ਕਸ਼ਟ ਲੱਗਾ। ਅੱਗੇ ਨਦੀ ਆਈ ਅਤੇ ਉਹਦਾ ਨਦੀ ਦਾ ਪਾਣੀ ਹੈ ਕਾਲਾ, ਬਿਲਕੁਲ ਕਾਲਾ ਸ਼ਿਆ, ਅਤੇ ਬੜਾ ਹੋਰ ਹੀ ਤਰ੍ਹਾਂ ਦਾ ਗਾੜਾ ਜਿਹਾ। ਕਹਿੰਦਾ ਉਹਨਾਂ ਮੈਨੂੰ ਬਾਲੇ ਦੀ ਤਰ੍ਹਾਂ ਉੱਤੇ ਚੁੱਕਿਆ 2 ਬੰਦਿਆਂ ਨੇ, ਅਤੇ ਜਿਸ ਤਰ੍ਹਾਂ ਵਗਾ ਕੇ ਕੋਈ ਚੀਜ਼ ਲੱਕੜ ਮਾਰੀ ਦੀ ਪਾਣੀ 'ਚ, ਇਸ ਤਰ੍ਹਾਂ ਮੈਨੂੰ ਅਜੇ ਸੁੱਟਣਾ ਹੀ ਸੀ ਉਹਨਾਂ ਨੇ। ਮੈਂ ਤਾਂ ਘਬਰਾ ਗਿਆ ਵੀ ਹੁਣ ਗਏ, ਵੀ ਹੁਣ ਨਹੀਂ ਮੈਂ ਬਚਦਾ। ਅੱਗੇ ਤਾਂ ਠੀਕ ਸੀਗਾ, ਜੁੱਤੀਆਂ ਜੱਤੀਆਂ ਖਾਂਦਿਆਂ ਭੱਜੇ ਤਾਂ ਜਾਂਦੇ ਸੀਗੇ, ਹੁਣ ਇਹਨਾਂ ਮੈਨੂੰ ਮਾਰ ਸੁੱਟਣਾ। ਜੀਵ ਆਤਮਾ ਦੁੱਖ ਭੋਗਦੀ ਹੈ, ਕਸ਼ਟ ਮੰਨਦੀ ਹੈ, ਪਰ ਮਰਦੀ ਨਹੀਂ। ਇੱਥੇ ਤਾਂ ਬੰਦਾ ਮਰ ਮੁਰ ਕੇ ਆਪਦਾ ਖਹਿੜਾ ਛਡਾ ਲੈਂਦਾ, ਕੋਈ ਜ਼ਹਿਰ ਖਾ ਕੇ, ਕੋਈ ਡੁੱਬ ਕੇ, ਕੁਝ ਕਰਕੇ, ਕੋਈ ਕਿਸੇ ਤਰ੍ਹਾਂ ਵੀ, ਪਰ ਉੱਥੇ ਖਹਿੜਾ ਨਹੀਂ ਛੁੱਟਦਾ। ਦੁੱਖ ਲੱਗਦਾ ਜ਼ਰੂਰ ਹੈ, ਦੁੱਖ ਭੋਗੀ ਜਾਂਦਾ, ਪਰ ਜੀਵ ਆਤਮਾ ਮਰਦੀ ਨਹੀਂ ਹੈ। ਕਹਿੰਦਾ ਜਦੋਂ ਲੱਗੇ ਮੈਨੂੰ ਸੁੱਟਣ, ਇੱਕ ਨਿਹੰਗ ਸਿੰਘ ਨੀਲੇ ਬਾਣੇ ਵਾਲਾ ਬਰਸ਼ਾ ਉਹਨੇ ਹੱਥ 'ਚ ਫੜਿਆ, ਉਹਨੇ ਬਰਸ਼ਾ ਉਹਨਾਂ ਨਾਲ ਸਿੱਧਾ ਕੀਤਾ, ਓਏ ਇਹਨੂੰ ਕਿੱਧਰ ਲਈ ਫਿਰਦੇ ਹੋ, ਠਾਂ ਲਾਓ, ਇਹਦੇ ਕੋਲ ਮੈਂ ਪੈਸੇ ਲੈਣੇ ਨੇ। ਨਿਹੰਗ ਸਿੰਘ ਨੇ ਮਾਰਿਆ ਦਬਕਾ, ਉਹ ਘਬਰਾ ਗਏ। ਉਹਨਾਂ ਉਸੇ ਵੇਲੇ ਮੈਨੂੰ ਠਾਂ ਸੁੱਟ ਦਿੱਤਾ, ਅਤੇ ਆਪ ਉਹ ਦੌੜ ਗਏ, ਮੁੜ ਕੇ ਨਹੀਂ ਦੇਖੇ ਕਿੱਧਰ ਨੂੰ ਗਏ।
ਉਹ ਕਹਿੰਦੇ ਚੱਲ ਪੁੱਤ ਤੂੰ ਪੈਸੇ ਦੇਣ ਤੋਂ ਬਗੈਰ ਇੱਧਰ ਤੁਰਿਆ ਫਿਰਦਾ, ਚੱਲ ਪੈਸੇ ਦੇ। ਕਹਿੰਦੇ ਉਹ ਨਿਹੰਗ ਸਿੰਘ ਨੂੰ ਮੈਂ ਪਹਿਚਾਣ ਲਿਆ ਵੀ ਉਹ ਕੌਣ ਨੇ। ਸਾਡੇ ਸਿੰਘ ਦਮਦਮੇ ਟਕਸਾਲ ਦੇ ਚਿੱਟੇ ਬਸਤਰ ਪਾਉਂਦੇ ਨੇ, ਅਤੇ ਪਰ ਕਹਿੰਦੇ ਵੀ ਉਹ ਸਿੰਘ ਦਮਦਮੇ ਟਕਸਾਲ ਦੇ। ਅਮਰੀਕਾ ਸਾਡਾ ਅਸਥਾਨ ਹੈ, ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਜਾਂ ਪਤਾ ਨਹੀਂ ਅੰਮ੍ਰਿਤ ਪ੍ਰਕਾਸ਼ ਉਸ ਦਾ ਨਾਮ ਹੈ, ਟ੍ਰੇਸੀ ਸ਼ਹਿਰ ਦੇ ਵਿੱਚ ਕੈਲੀਫੋਰਨੀਆ। ਉੱਥੇ ਭਾਈ ਸੰਤੋਖ ਸਿੰਘ ਜੀ ਰੱਬ ਜੀ ਹਨ, ਬੜਾ ਸੋਹਣਾ ਕੀਰਤਨ ਕਰਦੇ ਨੇ। ਇੱਕ ਅੱਖ ਤੋਂ ਥੋੜ੍ਹਾ ਜਿਹਾ ਟੇਢਾ ਦੇਖਦੇ ਨੇ, ਅਤੇ ਅਵਸਥਾ ਉਹਨਾਂ ਦੀ 55 ਕੁ ਸਾਲ ਦੇ ਕਰੀਬ ਇਸ ਵਕਤ ਹੋਏਗੀ, 60 ਕੁ ਦੇ ਕਰੀਬ। ਕਾਫੀ ਚਿਰ ਅਮਰੀਕਾ ਰਹੇ ਨੇ, ਅਤੇ ਉਹ ਪਟਿਆਲੇ ਦੇ ਨਿਵਾਸੀ ਨੇ। ਧੀਆਂ ਪੁੱਤਾਂ ਵਾਲੀ ਗ੍ਰਸਤੀ ਬੰਦੇ ਆਮ। ਰੱਬ ਜੀ ਉਹਨਾਂ ਦਾ ਨਾਂ ਤਾਂ ਪਾਇਆ ਵੀ ਰੱਬ ਚੁਸਤੀਆਂ ਚਲਾਕੀਆਂ ਨਹੀਂ ਕਰਦਾ, ਭੋਲਾ ਭਾਲਾ ਹੈ। 10-12 ਸਾਲ ਰਹੇ, ਪਤਾ ਨਹੀਂ ਚੇਤਾ ਨਹੀਂ ਆਇਆ ਵੀ ਪੱਕੇ ਪੁੱਕੇ ਹੋ ਜਾਈਏ, ਊਂ ਹੀ ਬੈਠੇ ਰਹੇ। ਕਦੀ ਕਿਸੇ ਨੂੰ ਪੈਸੇ ਦੇ ਦੇਣੇ, ਕਦੀ ਕਿਸੇ ਨੂੰ ਦੇ ਦੇਣੇ, ਆਪ ਦਾ ਅਕਾਊਂਟ ਹੀ ਨਹੀਂ ਸ਼ੋਅ ਕੀਤਾ। ਗੌਰਮੈਂਟ ਸਭ ਕੁਝ ਦੇਖਦੀ ਹੈ ਵੀ ਕਮਾਈ ਕਿੰਨੀ ਹੋਈ, ਕਿਵੇਂ ਡਿਊਟੀ ਕਰਦੇ, ਉਹ ਕੋਈ ਸੋਝੀ ਹੋਈ ਨਹੀਂ। ਬਸ ਚੜ੍ਹਦੀ ਕਲਾ, ਜੋ ਸੰਗਤ ਨੇ ਦਿੱਤਾ ਪਰ ਵਿਕਾਰ 'ਤੇ ਲਾਤਾ। ਪਤਾ ਨਹੀਂ ਕਿੰਨੇ ਡਾਲਰ ਕਹਿੰਦਾ ਜਦ ਮੈਂ ਅਮਰੀਕਾ ਗਿਆ, ਅਤੇ ਉਹਨਾਂ ਮੇਰੀ ਮਦਦ ਵਾਸਤੇ ਕਹਿੰਦੇ ਵੀ ਆਪਾਂ ਕਿਸੇ ਦੀ ਅੱਗੇ ਹੱਥ ਨਹੀਂ ਅੱਡਣਾ, ਅਤੇ ਆਹ ਚੁੱਕ ਡਾਲਰ ਜਿੰਨੇ ਚਾਹੀਦੇ ਹੋਰ ਮੰਗ ਲਈ। ਮੇਰੇ ਬਿਨਾਂ ਕਹਿਣ ਤੋਂ ਕਹਿੰਦੇ ਉਹਨਾਂ ਮੇਰੀ ਮਦਦ ਕੀਤੀ। ਭਾਈ ਸੰਤੋਖ ਸਿੰਘ ਜੀ ਰੱਬ, ਅਤੇ ਉਹਨਾਂ ਦੇ ਡਾਲਰ ਕਹਿੰਦੇ ਵਾਪਸ ਕਰਨ ਵਾਲੇ ਸੀਗੇ। ਉਹਦੇ ਚਿੱਟਾ ਚੋਲਾ ਪਾਉਂਦੇ ਰਾਗੀ ਸਿੰਘ ਨੇ, ਸੁੰਦਰ ਕੀਰਤਨ ਕਰਦੇ। ਪਰ ਉਸ ਵਕਤ ਉਹ ਨਿਹੰਗ ਸਿੰਘਾਂ ਦੇ ਬਾਣੀ 'ਚ ਨੀਲੇ ਬਸਤਰਾਂ 'ਚ ਦਰਸ਼ਨ ਹੋਏ। ਉਹਨਾਂ ਦੇ ਦਬਕਾ ਮਾਰਨ ਤੋਂ ਕਹਿੰਦੇ ਉਹ ਯਮਦੂਤ ਮੈਨੂੰ ਛੱਡ ਕੇ ਭੱਜ ਗਏ, ਅਤੇ ਪੂਰੇ 6 ਘੰਟਿਆਂ ਬਾਅਦ ਮੈਂ ਜਿਉਂਦਾ ਹੋਇਆ। ਡਾਕਟਰ ਕਹਿੰਦੇ ਇੰਨੇ ਨੱਚੇ ਜਿਸ ਤਰ੍ਹਾਂ ਵਿਆਹ ਦੇ ਵਿੱਚ। ਕਹਿੰਦੇ ਮੇਰੇ ਪਰਿਵਾਰ ਵਾਲੇ ਵੀ ਹੁੰਦੇ ਤਾਂ ਵੀ ਉਹਨਾਂ ਭੰਗੜਾ ਨਹੀਂ ਸੀ ਪਾਉਣਾ। ਮਤਲਬ ਜਿੰਨੀ ਖੁਸ਼ੀ ਉਹਨਾਂ ਡਾਕਟਰਾਂ ਨੇ ਮਨਾਈ, ਕੋਈ ਤਾਂ ਮੇਰੇ ਨਾਲ ਹੀ ਲੰਮੇ ਪੈ ਗਏ, ਅਤੇ ਬੜੇ ਪ੍ਰੇਮ ਦੇ ਨਾਲ ਕੋਈ ਹੱਥ ਮਲੇ, ਕੋਈ ਤਲੀਆਂ ਮਿਲੇ। ਤੋ ਇੰਝ ਇਹ ਸਭ ਕੁਛ ਹੁੰਦਾ ਹੈ। ਸਤਿਗੁਰੂ ਜੀ ਨੇ ਅੱਗਾ ਵੇਖਿਆ ਹੈ, ਲੋਕ ਅਤੇ ਪਰਲੋਕ ਦੇ ਮਾਲਕ ਨੇ। ਇਸ ਲਈ ਮਹਾਰਾਜ ਕਹਿੰਦੇ ਨੇ ਥਾਉ ਨਾ ਹੋਈ ਪਾਉਂਦੀ, ਜੁੱਤੀਆਂ ਪੈਂਦੀਆਂ ਨੂੰ ਵਾਰ ਨਹੀਂ ਆਉਂਦਾ। ਹੁਣ ਸੁਣੀਏ ਕਿਆ ਰੂ ਆਇਆ, ਇੱਥੇ ਤਾਂ ਰੌਲਾ ਰਾਲਾ ਪਾਉਣ ਤੋਂ ਕੋਈ ਨਾ ਕੋਈ ਸੁਣ ਕੇ ਛਡਾ ਲੈਂਦਾ। ਉੱਥੇ ਗੁਰੂ ਗੋਬਿੰਦ ਸਿੰਘ ਤੋਂ ਬਗੈਰ ਕੋਈ ਸੁਣਨ ਵਾਲਾ ਹੈ ਹੀ ਨਹੀਂ। ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਇਹਨੂੰ ਜੁੱਤੀਆਂ ਪੈ ਰਹੀਆਂ ਨੇ। ਰਿਸ਼ਤੇਦਾਰ ਲਾਗੇ ਖੜ੍ਹੇ ਹੁੰਦੇ ਨੇ, ਡਾਕਟਰਾਂ ਦੇ ਹੱਥ 'ਚ ਨਬਜ਼ਾਂ ਫੜੀਆਂ ਰਹਿ ਜਾਂਦੀਆਂ, ਪਤਾ ਹੀ ਨਹੀਂ ਚੱਲਦਾ। ਲਾਗੇ ਬੰਦਾ ਜੁੱਤੀਆਂ ਖਾਂਦਾ ਹੁੰਦਾ, ਰੌਲਾ ਪੈਂਦਾ ਹੁੰਦਾ, ਸੁਣਦਾ ਹੀ ਨਹੀਂ ਕਿਸੇ ਨੂੰ। ਜਿਹਨੂੰ ਸੁਣਦਾ ਉਹਦੀ ਗੱਲ ਨਹੀਂ ਮੰਨੀ। ਨਾ ਪਾਠ ਕੀਤਾ, ਨਾ ਪੂਜਾ ਕੀਤੀ, ਨਾ ਸਿਮਰਨ ਕੀਤਾ, ਨਾ ਮਰਦੀ ਰਹਿਤ ਰੱਖੀ, ਅਤੇ ਡੁਪਲੀਕੇਟ ਖਾਲਸਾ ਬਣਿਆ ਰਿਹਾ। ਅਸਲੀਅਤ ਤਾਂ ਧਾਰਨ ਹੀ ਨਹੀਂ ਕੀਤੀ, ਸੱਚ ਦੇ ਲਾਗੋਂ ਦੀ ਨਹੀਂ ਲੰਘਿਆ, ਝੂਠ ਬੋਲ ਕੇ ਗੁਜ਼ਾਰਾ ਕੀਤਾ। ਇਸ ਵਾਸਤੇ ਮਹਾਰਾਜ ਨੇ ਫਿਰ ਕਿਉਂ ਛਡਾਉਣਾ ਭਾਈ? ਛਡਾਊਗੇ ਉਹਨਾਂ ਨੂੰ ਜਿਹੜੇ ਬਚਨ ਮੰਨਦੇ ਰਹੇ। ਹੁਣ ਸੁਣੀਐ ਕਿਆ ਰੂ ਆਇਆ, ਮਨ ਅੰਧਾ ਜਨਮ ਗਵਾਇਆ। ਅੰਨੇ ਮਨ ਵਾਲੇ ਨੇ ਇਹ ਮਨੁੱਖਾ ਜਨਮ ਵਿਅਰਥ ਗਵਾ ਲਿਆ। ਸੋ ਸਤਿਗੁਰੂ ਜੀ ਫੁਰਮਾਨ ਕਰਦੇ ਹਨ, ਜਾਮਪੁਰ ਬੱਦੇ ਮਾਰਿਆ ਹੈ। ਉਹ ਜਿਹੜੇ ਮਨਮੁਖ ਲੋਕ ਨੇ ਜਮਾਂ ਦੀ ਪੁਰੀ ਵਿੱਚ ਔਗਣਾ ਰੂਪ ਰਸਿਆਂ ਨਾਲ ਜਾਂ ਸੰਗਲਾਂ ਨਾਲ ਬੱਧੇ ਹੋਏ ਮਾਰੀ ਦੇ ਹਨ। ਬਹੁਤੀ ਮਿਲੈ ਸਜਾ, ਅਤੇ ਬਹੁਤੀ ਸਜ਼ਾ ਉਹਨਾਂ ਨੂੰ ਮਿਲਦੀ ਹੈ। ਬਹੁਤੀਆਂ ਜੂਨਾਂ ਵਿੱਚ ਭਰਮ ਰੂਪ ਸਜ਼ਾ ਉਹਨਾਂ ਨੂੰ ਮਿਲਦੀ ਹੈ। ਮੇਰਾ ਪ੍ਰਭ ਵੇ ਪਰਵਾਹੁ ਹੈ, ਮੇਰਾ ਪਰਮਾਤਮਾ ਬੇਮੁਹਤਾਜ ਹੈ।
ਉਹ ਨਾਉ ਤਿਸ ਤਿਲ ਨਾ ਤਮਾਈ। ਸੋ ਨਾ ਨਿਸ਼ਚੈ ਕਰਕੇ ਤਿਸ ਵਾਹਿਗੁਰੂ ਜੀ ਨੂੰ ਤਿਲ ਮਾਤਰ ਵੀ ਕਿਸੇ ਦੀ ਤਮਾਈ ਇੱਛਾ ਨਹੀਂ ਹੈ, ਜਾਂ ਨਾ ਹੀ ਉਸ ਨੂੰ ਤਿਸ ਤ੍ਰਿਸ਼ਨਾ ਹੈ, ਤੇ ਨਾ ਉਸ ਨੂੰ ਤਮਾਈ ਹਨੇਰਾ ਭਾਵ ਅਗਿਆਨ ਹੈ, ਜਾਂ ਨਾ ਹੀ ਉਸ ਵਿੱਚ ਤਿਲ ਮਾਤਰ ਤਮੋ ਗੁਣ ਹੈ। ਨਾਨਕ ਤਿਸ ਸਰਣਾਈ ਭਜ ਪਾਓ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਸੰਸਾਰਕ ਦੁੱਖਾਂ ਤੋਂ ਬਚਣ ਵਾਸਤੇ, ਵਿਕਾਰਾਂ ਤੋਂ ਬਚਣ ਵਾਸਤੇ ਤਿਸ ਪਰਮੇਸ਼ਰ ਦੀ ਓਟ ਦੇ ਵਿੱਚ ਭੱਜ ਕੇ ਪੈ ਜਾਓ, ਦੌੜ ਕੇ ਪੈ ਜਾਓ। ਆਪੇ ਬਖਸ਼ ਮਿਲਾ। ਉਹ ਆਪ ਹੀ ਵਾਹਿਗੁਰੂ ਸਾਰੀਆਂ ਔਗਣਾਂ ਨੂੰ ਬਖਸ਼ ਕੇ ਆਪਣੇ ਸਰੂਪ ਦੇ ਨਾਲ ਮਿਲਾ ਲਵੇਗਾ, ਜਾਂ ਨਾਮ ਦੀ ਦਾਤ ਬਖਸ਼ ਕੇ ਆਪਣੇ ਨਾਲ ਉਹਨਾਂ ਗੁਰਮੁਖਾਂ ਨੂੰ ਮਿਲਾ ਲਵੇਗਾ। ਮਾਰੂ ਮਹੱਲਾ ਚੌਥਾ। ਚੌਥੇ ਪਾਤਸ਼ਾਹ ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਮਾਰੂ ਰਾਗ ਦੇ ਵਿੱਚ ਸ਼ੋਭਾਮ ਨੂੰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਘਰ ਦੂਜਾ। ਦੂਸਰੇ ਸੁਰ ਤਾਲ ਦੇ ਵਿੱਚ ਇਹ ਪਾਵਨ ਸ਼ਬਦ ਉਚਾਰ ਰਹੇ ਹਨ। ਇੱਕ ਇੱਕ ਓੰਕਾਰ। ਅਦੁੱਤੀ ਬ੍ਰਹਮ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ, ਸਤਿਗੁਰ ਪ੍ਰਸਾਦ। ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਜਪਿਓ ਨਾਮ ਸੁਖ ਜਨਕ ਗੁਰ ਬਚਨੀ। ਚੌਥੇ ਸਤਿਗੁਰਾਂ ਦੇ ਕੋਲ ਸਿੱਖਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਨਾਮ ਕਿਸ ਤਰ੍ਹਾਂ ਜਪਿਆ ਜਾ ਸਕਦਾ ਹੈ, ਤਾਂ ਮਹਾਰਾਜ ਕਹਿੰਦੇ ਸੁਣੋ ਭਾਈ। ਰਾਜੇ ਜਨਕ ਗੁਰੂ ਦੇ ਬਚਨਾਂ ਦੁਆਰਾ ਸੁਖਦੇਵ ਮੁਨੀ ਨੇ ਪਰਮੇਸ਼ਰ ਦਾ ਨਾਮ ਜਪਿਆ, ਜਾਂ ਰਾਜੇ ਜਨਕ ਨੇ ਆਪਣੇ ਗੁਰੂ ਅਸ਼ਟਾਵਕਰ ਜੀ ਦੇ ਬਚਨਾਂ ਦੁਆਰਾ, ਤੇ ਸੁਖਦੇਵ ਮੁਨੀ ਨੇ ਆਪਣੇ ਗੁਰੂ ਰਾਜੇ ਜਨਕ ਦੇ ਬਚਨਾਂ ਦੁਆਰਾ ਪ੍ਰਭੂ ਦਾ ਨਾਮ ਜਪਿਆ। ਤੇ ਤੁਸੀਂ ਵੀ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਪਾਸੋਂ ਉਪਦੇਸ਼ ਲਓ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿੱਖਿਆ ਮੰਨੋ। ਪੀਵੋ ਪਾਹੁਲ ਖੰਡੇ ਤਾਰ, ਹੋਵੇ ਜਨਮ ਸੁਹੇਲਾ, ਅੰਮ੍ਰਿਤ ਛਕੋ ਸਿੰਘ ਸਜੋ। ਤੇ ਗੁਰੂ ਜੀ ਦੀ ਬਾਣੀ ਰੂਪ ਬਚਨਾਂ ਦੇ ਦੁਆਰਾ ਮਹਾਰਾਜ ਦਾ ਨਾਮ ਜਪੋ। ਗੁਰੂ ਦੇ ਦੁਆਰਾ ਜਪਿਆ ਜਾਂਦਾ ਹੈ। ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ। ਹਰ ਹਰ ਸਰਣ ਪਰੇ। ਇਉਂ ਸਾਰੇ ਰਿਖੀ ਰਾਜੀ ਆਦਿਕ ਹਰੀ ਪਰਮੇਸ਼ਰ ਦੀ ਓਟ ਦੇ ਵਿੱਚ ਪਏ ਅਤੇ ਨਿਹਾਲ ਹੋ ਗਏ। ਇਸੇ ਪ੍ਰਕਾਰ ਜਪਿਓ ਨਾਮ ਸੁਖ ਜਨਕ ਗੁਰ ਬਚਨੀ, ਹਰ ਹਰ ਸਰਣ ਪਰੇ। ਹਰੀ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਕੇ ਸੁਖਦੇਵ ਮੁਨੀ ਗੁਰੂ ਜਨਕ ਦੇ ਬਚਨਾਂ ਦੁਆਰਾ, ਤੇ ਮਹਾਰਾਜਾ ਜਨਕ ਨੇ ਗੁਰੂ ਅਸ਼ਟਾਵਕਰ ਦੇ ਬਚਨਾਂ ਦੁਆਰਾ ਨਾਮ ਨੂੰ ਜਪਿਆ। ਤੁਸੀਂ ਵੀ ਹਰੀ ਦੀ ਸ਼ਰਨ ਵਿੱਚ ਪੈ ਕੇ ਗੁਰੂ ਦੇ ਰਾਹੀਂ ਤੇ ਵਾਹਿਗੁਰੂ ਜੀ ਦਾ ਨਾਮ ਜਪੋ। ਦਾਲਦ ਭੰਜ ਸੁਦਾਮੇ ਮਿਲਿਓ। ਜਿਸ ਵਕਤ ਸੁਦਾਮਾ ਜੀ ਭਗਵਾਨ ਕ੍ਰਿਸ਼ਨ ਜੀ ਨੂੰ ਜਾ ਕੇ ਮਿਲਿਆ, ਤਦ ਭਗਵਾਨ ਕ੍ਰਿਸ਼ਨ ਜੀ ਨੇ ਸੁਦਾਮੇ ਦਾ ਸਾਰਾ ਦਲਿੱਦਰ ਭੰਨ ਦਿੱਤਾ, ਦੂਰ ਕਰ ਦਿੱਤਾ। ਜਾਂ ਦਾਲਦ ਭੰਜ ਨਾਮ ਹੈ ਪਰਮੇਸ਼ਰ ਦਾ, ਦਾਲਦ ਨਾਮ ਹੈ ਦਲਿੱਦਰ ਨੂੰ ਭੰਨ ਕੇ ਸੁਦਾਮੇ ਨੂੰ ਪਰਮੇਸ਼ਰ ਮਿਲਿਆ ਹੈ। ਭਗਤੀ ਭਾਏ ਤਾਰੇ। ਇਉਂ ਚੌਹਾਂ ਯੁੱਗਾਂ 'ਚ ਪ੍ਰੇਮਾ ਭਗਤੀ ਦੀ ਭਾਵਨਾ ਕਰਕੇ ਸਾਰੇ ਸੰਸਾਰ ਸਮੁੰਦਰ ਤੋਂ ਤਰ ਗਏ ਹਨ। ਤੁਸੀਂ ਵੀ ਭਗਤੀ ਕਰੋ, ਸੁਦਾਮੇ ਦੀ ਤਰ੍ਹਾਂ ਭਾਵਨਾ ਰੱਖੋ। ਭਗਤ ਵਛਲ ਹਰ ਨਾਮ ਕਿਰਤਾਰਥ। ਪਰਮੇਸ਼ਰ ਭਗਤੀ ਕਰਨ ਵਾਲੇ ਭਗਤਾਂ ਨਾਲ ਪਿਆਰ ਕਰਨ ਵਾਲਾ ਹੈ, ਅਤੇ ਉਸ ਹਰੀ ਦਾ ਨਾਮ ਕਲਿਆਣ ਕਰਨ ਵਾਲਾ ਹੈ। ਗੁਰਮੁਖ ਕਿਰਪਾ ਕਰੇ। ਪਰ ਜਿਨ੍ਹਾਂ ਦੇ ਮੁਖੀ ਗੁਰੂ ਸਾਹਿਬ ਜੀ ਦੁਆਰਾ ਪਰਮੇਸ਼ਰ ਆਪ ਮਿਹਰ ਦੀ ਦ੍ਰਿਸ਼ਟੀ ਕਰਦਾ ਹੈ,
ਉਹੀ ਗੁਰਮੁਖ ਅਧਿਕਾਰੀ ਨਾਮ ਦੀ ਦਾਤ ਪ੍ਰਾਪਤ ਕਰਦਾ ਹੈ, ਜਾਂ ਗੁਰਮੁਖ ਅਧਿਕਾਰੀ ਨੂੰ ਪਰਮੇਸ਼ਰ ਕਿਰਪਾ ਕਰਕੇ ਆਪਣੇ ਸਰੂਪ ਦੇ ਮੇਲ ਨਾਲ ਮੇਲ ਲੈਣਾ ਕਰਦਾ ਹੈ। ਮੇਰੇ ਮਨ ਇਹ ਮੇਰਿਆ ਮਨ ਨਾਮ ਜਪਤ ਉਦਰੇ। ਪਰਮੇਸ਼ਰ ਦਾ ਨਾਮ ਜਪ ਕੇ ਬੇਅੰਤ ਜੀਵ ਸੰਸਾਰ ਸਮੁੰਦਰ ਤੋਂ ਤਰ ਗਏ, ਮੁਕਤ ਹੋ ਗਏ ਨੇ। ਤੂੰ ਹੀ ਆਪਣਾ ਕੋਈ ਨਾ ਕੋਈ ਯਤਨ ਕਰ, ਨਾਮ ਜਪਣ ਦਾ ਕੋਈ ਜੁਗਾੜ ਲੜਾ, ਕੋਈ ਥੋੜ੍ਹਾ ਬਹੁਤਾ 5 ਮਿੰਟ 10 ਮਿੰਟ ਕੋਈ ਆਪਣੇ ਸਮੇਂ 'ਚੋਂ ਸਮਾਂ ਕੱਢ, ਕਦੋਂ ਵੀ ਕੱਢ। ਸੌਣ ਲੱਗਿਆਂ ਤਾਂ ਬੰਦਾ ਵਿਹਲਾ ਹੀ ਹੁੰਦਾ, ਵਿਹਲਾ ਹੋ ਕੇ ਸੌਂਦਾ ਨਾ, ਅਤੇ ਉਸ ਵੇਲੇ ਕਿਹੜਾ ਨੀਂਦ ਆ ਜਾਂਦੀ ਆ। ਆਪਾਂ ਮੋਬਾਈਲ ਵੇਖਦੇ ਰਹਿੰਦੇ ਆ ਜਾਂ ਛੱਤ ਦੇ ਬਾਲੇ ਗਿਣਦੇ ਰਹੀਦਾ। 5-7 ਮਿੰਟ ਜੇ ਚੌਂਕੜਾ ਮਾਰ ਲਈਏ, ਵਾਹਿਗੁਰੂ ਵਾਹਿਗੁਰੂ ਕਰੀਏ, ਨਾਲੇ ਸੁਰਤੀ ਬਿਰਤੀ ਇਕਾਗਰ ਹੋ ਜਾਂਦੀ, ਨੀਂਦ ਵੀ ਸੌਖੀ ਆਉਂਦੀ। ਅਤੇ ਉੱਠਦਿਆਂ ਸਾਰ ਵੀ ਕਿਹੜਾ ਕੰਮ ਦੇ ਤੁਰ ਜਾਈਦਾ। ਉੱਠਦਿਆਂ ਸਾਰ ਜੇ 5-7 ਮਿੰਟ ਫਿਰ ਬੰਦਾ ਬੈਠ ਕੇ ਇੰਨੇ ਕੁ ਮਿੰਟ ਜੇ ਕਰ ਲਈ ਤਾਂ ਇੰਨਾ ਹੀ ਬਹੁਤ। ਅਤੇ ਬਾਕੀ ਮਹਾਰਾਜ ਦਾ ਹੁਕਮ ਦਾ ਬੜਾ ਵੱਡਾ ਹੈ। ਸਾਥ ਸਾਥ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਸਾਨੂੰ ਚਿੰਤਾ ਨਹੀਂ ਕਿਉਂ ਘੇਰਿਆ ਹੋਇਆ, ਕਿਉਂਕਿ ਅਸੀਂ ਸਿਮਰਨ ਨਹੀਂ ਕਰਦੇ। ਕਹਿੰਦੇ ਜੇ ਸਵਾਸ ਸਵਾਸ ਸਿਮਰਨ ਕਰੋਗੇ ਅਤੇ ਮਨ ਦੇ ਅੰਦਰ ਦੀ ਚਿੰਤਾ ਤੁਹਾਡੀ ਉਤਰ ਜਾਏਗੀ। ਆਸ ਅਨਿਤ ਤਿਆਗੋ ਤਰੰਗ, ਸੰਤ ਜਨਾਂ ਕੀ ਧੂਰ ਮਨ ਮੰਗ। ਇਸ ਲਈ ਸੋ ਮੇਰੀ ਅਮਨ ਨਾਮ ਜਪਿਆ ਕਰ। ਨਾਮ ਜਪ ਕੇ ਬੇਅੰਤ ਜੀਵ ਸੰਸਾਰ ਸਮੁੰਦਰ ਤੋਂ ਤਰ ਗਏ ਨੇ। ਬੀਜ ਮੰਤਰ ਸਰਬ ਕੋ ਗਿਆਨ, ਚੌ ਵਰਨਾ ਮੈਂ ਜਪੈ ਕੋ ਨਾਮ। ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ। ਧਰੂ ਪ੍ਰਹਿਲਾਦ ਧਰੂ ਧਰਿਆ ਵੇਖੋ, ਜਿਹਦੀ ਉਮਰ ਸੀ 5 ਸਾਲ ਦੀ। ਭਗਤ ਪ੍ਰਹਿਲਾਦ ਧਰਿਆ, ਜਿਹਦੀ ਉਮਰ ਸੀ 7 ਸਾਲ ਦੀ। ਬਿਦਰ ਦਾਸੀ ਸੁਤ ਪੁਰਾਣੇ ਰਾਜੇ ਮਹਾਰਾਜੇ ਆਪਦੀਆਂ ਰਾਣੀਆਂ ਨੂੰ ਛੱਡ ਕੇ, ਜਿਹੜੀਆਂ ਰਾਣੀਆਂ ਦੇ ਨਾਲ ਦਾਸੀਆਂ ਆਉਂਦੀਆਂ ਸਨ, ਉਹਨਾਂ ਨਾਲ ਮੋਹ ਪਾ ਲੈਂਦੇ। ਉਹਨਾਂ ਦੇ ਪੇਕਿਆਂ ਤੋਂ ਹੀ ਦਾਜ ਵਿੱਚ ਹੀ ਆਉਂਦੀਆਂ। ਤੋ ਦਾਸੀ ਦਾ ਪੁੱਤਰ ਹੋਣ ਕਰਕੇ ਬਿਦਰ ਦਾਸੀ ਸੁਤ ਕਹਿਲਾਇਆ ਸੀ। ਪਰਮਾਤਮਾ ਦਾ ਭਗਤ ਗੁਰਮੁਖ ਨਾਮ ਧਾਰੇ। ਜਾਂ ਦਾਸੀ ਪੁੱਤਰ ਨਾਰਦ ਮੁਨੀ ਆਦਿਕੇ ਸਾਰੇ ਗੁਰਮੁਖਾਂ ਦੀ ਸੰਗਤ ਦੁਆਰਾ ਜਾਂ ਮੁਖੀ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਤਰ ਗਏ। ਤੂੰ ਵੀ ਗੁਰਮੁਖਾਂ ਦੀ ਸੰਗਤ ਕਰਿਆ ਕਰ ਅਤੇ ਮੁਖੀ ਗੁਰਾਂ ਦਾ ਉਪਦੇਸ਼ ਲੈ, ਜਿਸ ਕਰਕੇ ਤੇਰਾ ਵੀ ਪਾਰ ਉਤਾਰਾ ਹੋਵੇ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਕਲ ਯੁਗ ਨਾਮ ਪ੍ਰਧਾਨ ਪਦਾਰਥ। ਅਸੀਂ ਤਾਂ ਐਵੇਂ ਹੀ ਪ੍ਰਧਾਨ ਬਣੇ ਹੋਏ ਹਾਂ, ਫੋਕੇ ਹੀ। ਕਲ ਯੁਗ ਦੇ ਵਿੱਚ ਪ੍ਰਧਾਨ ਕੌਣ ਹੈ? ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਨਾਮ ਪ੍ਰਧਾਨ ਹੈ। ਕਿਸੇ ਸਭਾ ਦਾ, ਕਿਸੇ ਸੁਸਾਇਟੀ ਦਾ ਪ੍ਰਧਾਨ ਮੁਖੀ ਹੁੰਦਾ, ਉਹਦੇ ਆਖੇ ਸਾਰੇ ਲੱਗਦੇ ਨੇ। ਇੰਝ ਜਿੰਨੇ ਵੀ ਕਰਮ ਧਰਮ ਨੇ, ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੋਟੈ। ਨਿਰਵਾਣ ਕੀਰਤਨ ਗਾਵੋ, ਕਰਤੇ ਕਾ ਨਿਮਕ ਸਿਮਰਤ ਜਿਤ ਛੋਟੈ। ਸਾਰੇ ਕਰਮਾਂ ਧਰਮਾਂ ਦਾ ਪ੍ਰਧਾਨ ਹੈ ਕੀਰਤਨ, ਮਹਾਰਾਜ ਦਾ ਨਾਮ। ਸੋ ਕਲਯੁਗ ਦੇ ਵਿੱਚ ਪਰਮੇਸ਼ਰ ਦਾ ਨਾਮ ਰੂਪੀ ਪਦਾਰਥ ਹੀ ਸਭ ਤੋਂ ਪ੍ਰਧਾਨ ਹੈ, ਮੁਖੀ ਹੈ। ਇਹਦੀ ਆਗਿਆ 'ਚ ਸਾਰੇ ਚੱਲਦੇ ਨੇ। ਜੇ ਪ੍ਰਧਾਨ ਨਾਲ ਯਾਰੀ ਪਾ ਲਓ ਅਤੇ ਬਾਕੀ ਤਾਂ ਆਪਦੇ ਆਪ ਹੀ ਸਿੱਧੇ ਹੋ ਜਾਂਦੇ। ਇਉਂ ਜੇ ਤੁਸੀਂ ਨਾਮ ਦੇ ਨਾਲ ਦੋਸਤੀ ਗੰਢ ਲਓ, ਕੀਰਤਨ ਸੁਣਿਆ ਕਰੋ, ਅਤੇ ਬਾਕੀ ਕਰਮ ਧਰਮ ਦਾ ਆਪਣੇ ਆਪ ਹੀ ਹੋ ਜਾਂਦੇ ਨੇ। ਭਗਤ ਜਨਾ ਉਦਰੇ। ਜਿਸ ਪ੍ਰਭੂ ਨਾਮ ਦੀ ਕਮਾਈ ਕਰਕੇ ਅਨੇਕਾਂ ਭਗਤ ਜਨ ਸੰਸਾਰ ਸਮੁੰਦਰ ਤੋਂ ਤਰ ਗਏ, ਤੁਸੀਂ ਵੀ ਤਰਨ ਦਾ ਯਤਨ ਕਰੋ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਆਪ ਤਰੈ ਸਗਲੇ ਕੁਲ ਤਾਰੇ, ਹਰ ਦਰਗਹਿ ਪਾਛਿਓਂ ਜਾਈਂਦਾ। ਨਾਮਾ ਜੈ ਦਿਓ ਕਬੀਰ ਤਰਲੋਚਨ। ਐਸਾ ਕੀਰਤਨ ਕਰ ਮਨ ਮੇਰੇ, ਇਹਾਂ ਉਹਾਂ ਜੋ ਕਾਮ ਤੇਰਾ। ਵੇਖੋ ਨਾਮਦੇਵ ਜੀ, ਜੈ ਦੇਵ ਭਗਤ ਜੀ, ਕਬੀਰ ਜੀ, ਤਿਰਲੋਚਨ ਜੀ,
ਅਤੇ ਸਭ ਦੁਖ ਗਏ ਚਮਰੇ। ਝਮਿਆਰ ਪਾਪ ਭਗਤ ਰਵਿਦਾਸ ਜੀ ਆਦਿਕ ਭਗਤਾਂ ਦੇ ਨਾਮ ਜਪ ਕੇ ਸਾਰੇ ਦੋਸ਼ ਨਾਸ਼ ਹੋ ਗਏ। ਉਹਨਾਂ ਨੂੰ ਕੋਈ ਜਾਤੀ ਕਰਕੇ ਨਹੀਂ ਜਾਣਦਾ, ਉਹਨਾਂ ਨੂੰ ਕੋਈ ਉਹਨਾਂ ਦੇ ਕੰਮ ਕਰਕੇ ਨਹੀਂ ਜਾਣਦਾ। ਬੜੇ ਜੁਲਾਈ ਦੁਨੀਆ 'ਚ ਹੋ ਮਰੇ, ਬੜੇ ਝਮਿਆਰ ਹੋ ਮਰੇ, ਬੜੇ ਸ਼ੀਂਬੇ ਹੋ ਗਏ, ਪਰ ਉਹਨਾਂ ਨੂੰ ਭਗਤੀ ਦੇ ਨਾਮ ਕਰਕੇ ਜਾਣਿਆ ਜਾਂਦਾ। ਇਹਨਾਂ ਕੈਟਾਗਰੀਆਂ ਦੀ ਵੇਖੋ ਰਿਸਪੈਕਟ ਕਰਾਈ ਇਹਨਾਂ ਭਗਤਾਂ ਨੇ। ਅੱਜ ਬੜੀ ਸਤਿਕਾਰ ਦੀ ਨਿਗਾਹ ਦੇ ਨਾਲ ਸ਼ੀਂਬਿਆਂ ਨੂੰ ਭਗਤ ਨਾਮਦੇਵ ਜੀ ਦੇ ਦ੍ਰਿਸ਼ਟੀ ਨਾਲ ਵੇਖਿਆ ਜਾਂਦਾ ਹੈ। ਜਦ ਲੋਹੜੀ ਹੁੰਦੀ, ਲੋਹੜੀ ਵਾਲੇ ਦਿਨ ਸਾਡੇ ਕੋਲ ਘੁਮਾਣ ਪਿੰਡ ਹੈ ਮਹਿਤੇ ਦੇ ਕੋਲ, ਉੱਥੇ ਨਾਮਦੇਵ ਜੀ ਦਾ ਦੇਵਰਾ ਹੈ। ਉੱਥੇ ਜਿੰਨੇ ਦਰਜੀ ਨੇ ਸਾਰੇ ਗੁਰਮੁਖ ਟਰੱਕਾਂ ਦੇ ਕੀ ਗੱਡੀਆਂ ਦੇ ਕੀ ਮੇਲਾ ਲਾ ਕੇ ਉੱਥੇ ਪਹੁੰਚਦੇ। ਬੜਾ ਜੋੜ ਮੇਲ ਹੁੰਦਾ ਨਾਮਦੇਵ ਜੀ ਦਾ। ਕਬੀਰ ਜੀ ਨੂੰ ਵੇਖੋ, ਸਭ ਜੁਲਾਇਆ ਜਾਤ ਵਾਲੇ ਗੁਰਮੁਖ ਮੰਨਦੇ ਨੇ, ਉਹ ਆਪਣੇ ਆਪ ਨੂੰ ਕਬੀਰ ਪੰਥੀ ਕਹਿ ਲਾਉਂਦੇ ਨੇ। ਇਸੇ ਤਰ੍ਹਾਂ ਰਵਿਦਾਸੀਏ ਕਹਾਉਂਦੇ ਹਨ। ਤੋ ਇੰਜ ਇਹਨਾਂ ਭਗਤਾਂ ਨੂੰ ਅਗਿਆਨ ਆਦਿਕ ਦੋਖ ਚੰਬੜੇ ਹੋਏ ਸੀ, ਉਹ ਸਾਰੇ ਨਾਮ ਜਪ ਕੇ ਨਾਸ਼ ਹੋ ਗਏ। ਅਤੇ ਇਹਨਾਂ ਦੇ ਨਾਲ ਜਿਨ੍ਹਾਂ ਦੀ ਕੁਲ 'ਚ ਪੈਦਾ ਹੋਏ ਉਹ ਕੁਲਾਂ ਵੀ ਸਤਿਕਾਰ ਵਾਲੀਆਂ ਹੋ ਗਈਆਂ। ਗੁਰਮੁਖ ਨਾਮ ਲੱਗੇ ਸੇ ਉਦਰੇ। ਜਿਹੜੇ ਗੁਰਮੁਖ ਬਣ ਗਏ ਜਾਂ ਮੁਖੀ ਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਜਪਣ ਲੱਗੇ ਨੇ, ਉਹ ਸਾਰੇ ਸੰਸਾਰ ਸਮੁੰਦਰ ਤੋਂ ਤਰ ਗਏ ਹਨ। ਤੁਸੀਂ ਵੀ ਨਾਮ ਜਪਣ ਦਾ ਪ੍ਰਬੰਧ ਕਰੋ। ਸਭ ਕਿਲ ਬਿਖ ਪਾਪ ਟਰੇ। ਪਰ ਉਹਨਾਂ ਦੇ ਚਾਰੇ ਕਿਲ ਵਿਖ ਅਤੇ ਸਾਰੇ ਪਾਪ ਟਲ ਗਏ, ਨਿਵਰਤ ਹੋ ਗਏ ਹਨ। ਜੋ ਜੋ ਨਾਮ ਜਪੈ ਅਪਰਾਧੀ। ਜਿਹੜਾ ਚੰਗਾ ਭਲਾ ਗੁਰਮੁਖ ਹੈ, ਸਤਸੰਗੀ ਪੁਰਖ ਹੈ, ਉਹਦੇ ਬਾਰੇ ਤਾਂ ਸ਼ੰਕੇ ਦੀ ਲੋੜ ਹੀ ਨਹੀਂ। ਜਿਹੜਾ ਅਪਰਾਧੀ ਗੁਨਾਹਗਾਰ ਵੀ ਹੈ, ਜਿਹੜਾ ਵੀ ਅਪਰਾਧੀ ਗੁਨਾਹਗਾਰ ਪੁਰਖ ਨਾਮ ਜਪਦਾ ਹੈ, ਸਭ ਤਿਨ ਕੇ ਦੁਖ ਪਰ ਹਰੇ। ਸਭ ਤਿੰਨਾਂ ਦੇ ਵੀ ਪਰਮੇਸ਼ਰ ਨੇ ਉਹਦੇ ਨਾਮ ਨੇ ਸਾਰੇ ਦੋਸ਼ ਦੂਰ ਕਰ ਦਿੱਤੇ। ਹਮ ਅਪਰਾਧ ਪਾਪ ਬਹੁ ਕੀਨੇ। ਜੇ ਆਪਾਂ ਕਹੀਏ ਵੀ ਆਪਾਂ ਦਾ ਸਿੰਘ ਸਾਹਿਬ ਹਾਂ ਜੀ, ਹੋਣੀ ਆ ਨਾ, ਕੀ ਤਾਂ ਪਹਿਲਾਂ ਕੀ ਕਰਦੇ ਆਏ ਆ ਜਿਹਦਾ ਸਾਨੂੰ ਵੀ ਨਹੀਂ ਪਤਾ। ਜਿਹੜਾ ਧ੍ਰਿਤਰਾਸ਼ਟਰ ਸੀਗਾ, ਕ੍ਰਿਸ਼ਨ ਨੇ ਉਹਦੇ ਸਿਰ 'ਤੇ ਹੱਥ ਰੱਖ ਕੇ ਉਹਨੂੰ ਦਿਵ ਦ੍ਰਿਸ਼ਟੀ ਦਿੱਤੀ ਸੀ। ਕਹਿੰਦਾ ਮੈਨੂੰ 100 ਜਨਮਾਂ ਦਾ ਗਿਆਨ ਹੈ। ਕਹਿੰਦਾ 100 ਦਾ ਹੀ ਹੈ ਨਾ, ਬਾਕੀਆਂ ਦਾ ਤਾਂ ਨਹੀਂ। ਲੈ ਵੇਖ, 107ਵੇਂ ਜਨਮ 'ਚ ਲੈ ਕੇ ਗਏ। ਕਹਿੰਦੇ ਆ ਵੇਖ ਤੂੰ ਕੀ ਕਰ ਰਿਹਾ। ਛੋਟਾ ਜਿਹਾ ਬੱਚਾ, ਬੱਚਿਆਂ ਦਾ ਕੰਮ ਹੀ ਇਹ ਹੁੰਦਾ ਸ਼ਰਾਰਤਾਂ। ਵੱਡੀ ਸਾਰੀ ਲੰਬੀ ਸੂਲ ਲੈ ਕੇ ਉਹ ਟੱਡੇ ਦੀਆਂ ਅੱਖਾਂ 'ਚ ਮਾਰ ਰਿਹਾ, ਉਹਦੀਆਂ ਅੱਖਾਂ ਨੀਆਂ ਕਰ ਰਿਹਾ। ਕਹਿੰਦੇ ਆ ਵੇਖ, ਇਸ ਕਰਕੇ ਤੂੰ ਅੰਨਾ ਜਨਮਿਆ। ਫਿਰ ਮੇਰੇ ਪੁੱਤ ਕਿਵੇਂ ਮਰੇ। ਫਿਰ ਇੱਕ ਜਨਮ 'ਚ ਉਹਨੂੰ ਰਾਜਾ ਦਿਖਾਇਆ। ਕਹਿੰਦੇ ਆ ਦੇਖ, ਮਾਸ ਖਾਣ ਦਾ ਤੂੰ ਸ਼ੌਕੀਨ ਸੀਗਾ, ਹੰਸਾਂ ਦੇ ਬੱਚੇ ਮਾਰ ਮਾਰ ਖਾਂਦਾ ਰਿਹਾ, 100 ਦੇ 100 ਬੱਚੇ ਮਾਰ ਕੇ ਖਾ ਗਿਆ। ਫਿਰ ਉਸ ਜੋੜੇ ਨੇ ਸਰਾਪ ਦੇ ਦਿੱਤਾ, ਜਿੰਨਾ ਸਾਡੇ ਬੱਚੇ ਖਾਦੇ ਨੇ। ਮੋਹ ਤਾਂ ਸਾਰਿਆਂ ਜੀਆਂ ਨੂੰ ਹੁੰਦਾ। ਰੱਬ ਕਰੇ ਉਹਨਾਂ ਦੇ ਬੱਚੇ ਉਹਨਾਂ ਦੀਆਂ ਅੱਖਾਂ ਅੱਗੇ ਮਰਨ ਅਤੇ ਉਹਨਾਂ ਨੂੰ ਪਤਾ ਲੱਗੇ ਕਿ ਬੱਚਿਆਂ ਦੇ ਮਰਨ ਦਾ ਦੁੱਖ ਕੀ ਹੁੰਦਾ। ਅਤੇ ਇਸ ਵਾਸਤੇ ਆਪਾਂ ਸਿੰਘ ਸੁੰਘ ਸਾਹਿਬ ਕੋਈ ਨਹੀਂ ਆ। ਸਭ ਪਾਪਾਂ ਦੀ ਪੰਡ ਅਪਰਾਧਾਂ ਦੀ ਸਿਰ ਉੱਪਰ ਚੁੱਕੀ ਫਿਰਦੇ ਆ। ਇਸ ਲਈ ਜੇ ਮਹਾਰਾਜ ਨੇ ਹੁਣ ਬਖਸ਼ ਲਿਆ, ਉਹ ਗੁਰੂ ਸਾਹਿਬ ਦੀ ਆਪ ਦੀ ਮੌਜ ਹੈ। ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ, ਸੋ ਜਸ ਤੇਰਾ ਗਾਵੇ। ਹੈ ਅਸੀਂ ਅਪਰਾਧੀ ਅਤੇ ਪਾਪੀ ਹੋਏ, ਕੀ ਪਤਾ ਜੀਵ ਆਤਮਾ ਕਦੋਂ ਦੀ ਭਟਕਦੀ ਫਿਰਦੀ ਹੈ। ਇਸ ਲਈ ਇੰਜ ਬੇਨਤੀਆਂ ਕਰੀਏ ਗਲ 'ਚ ਪੱਲਾ ਪਾ ਕੇ ਵੀ ਮਹਾਰਾਜ ਸਾਨੂੰ ਵੀ ਨਹੀਂ ਪਤਾ, ਹੁਣ ਸਾਡੇ ਬਾਰੇ ਤਾਂ ਤੂੰ ਹੀ ਜਾਣਦਾ। ਹਮ ਅਪਰਾਧ ਪਾਪ ਬਹੁ ਕੀਏ, ਕਰ ਦੁਸ਼ਟੀ ਚੋਰ ਚੁਰਾਇਆ। ਅਬ ਨਾਨਕ ਸਰਨਾਗਤ ਆਏ, ਹਰ ਰਾਖੋ ਲਾਜ ਹਰ ਪਾਇਆ। ਇਹ ਹਰੀ ਜੇ ਤੈਨੂੰ ਪਾਉਂਦਾ, ਸਾਡੀ ਲੱਜਿਆ ਤੇਰੇ ਹੱਥ ਹੈ। ਨਹੀਂ ਤਾਂ ਇਹ ਸਾਨੂੰ ਪਾਪ ਖੇ ਖਰਾਬ ਕਰਨਗੇ, ਬੇਇੱਜ਼ਤ ਕਰਨਗੇ, ਜਮਾਂ ਦੇ ਕੋਲੋਂ ਮਾਰ ਪਾਉਣਗੇ। ਕਿਰਪਾ ਕਰਕੇ ਸਾਨੂੰ ਉਂਝ ਹੀ ਬਖਸ਼ ਲੈ। ਇਹ ਸਾਧ ਸੰਗਤ ਦੇ ਪੈਰਾਂ ਪਿੱਛੇ, ਸੰਤਾਂ ਦੇ ਚਰਨਾਂ ਪਿੱਛੇ ਹੀ ਮਹਾਰਾਜ ਸਾਨੂੰ ਬਖਸ਼ ਲੈ ਜੀ।
ਅਪਰਾਧੀ ਦਾ ਮਤਲਬ ਹੈ ਅਪਰ ਅਰਾਧੀ। ਇੱਕ ਵਾਹਿਗੁਰੂ ਨੂੰ ਛੱਡ ਕੇ ਕਿਸੇ ਹੋਰ ਦੂਜੇ ਦੀ ਅਰਾਧਨਾ ਕਰਨੀ, ਕੋ ਹੰਨੇ ਦੀ, ਕੋ ਬੰਨੇ ਦੀ, ਕੋ ਪਹਾੜਾਂ ਵਾਲੀ ਰੰਨੇ ਦੀ। ਸਿਵ ਸਿਵ ਕਰਤੇ ਜੋ ਨਰ ਤਿਹਾਵੈ, ਬਰਦ ਚੜ੍ਹ ਡੌਰੂ ਢਮਕਾਵੈ। ਮਹਾ ਮਾਈ ਕੀ ਪੂਜਾ ਕਰੈ, ਨਰ ਸੈ ਨਾਰ ਹੋਏ ਅਵਤਰੈ। ਤੂੰ ਕਹੀਅਤ ਹੀ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ। ਗੁਰਮਤਿ ਰਾਮ ਨਾਮ ਗੋ ਹਮੀਤਾ, ਪਰਣ ਮੈਂ ਨਾਮਾ ਕਿਉਂ ਕਹੈ ਗੀਤਾ। ਜੋ ਵਾਹਿਗੁਰੂ ਨੂੰ ਛੱਡ ਕੇ ਹੋਰ ਨਾ ਅਰਾਧਨਾ 'ਚ ਬਹਿਣਾ, ਉਹਨੂੰ ਅਪਰਾਧੀ ਹੋਈ ਕਹਿੰਦੇ ਨੇ। ਜਾਂ ਚੋਰ ਨਾਮ ਹੈ ਜਿਹੜਾ ਕਿਸੇ ਦੀ ਚੀਜ਼ ਨੂੰ ਲੁਕਾ ਲਵੇ। ਸਾਧ ਸੰਗਤ ਜੀਓ, ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਚੋਰ ਆਖਿਆ। ਅਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ, ਉੱਚੀ ਬੋਲ ਕੇ ਕਹਿ ਦਿਓ ਸਤਿਨਾਮ ਸ੍ਰੀ ਵਾਹਿਗੁਰੂ। ਨਾਮ ਭੁੱਲਿਆ ਹੋਇਆ, ਜਿਨ੍ਹਾਂ ਆਪਦੇ ਹਿਰਦੇ 'ਚ ਲੁਕਾਇਆ ਹੋਇਆ। ਸਾਰਿਆਂ ਨੂੰ ਜਾਪ ਹੁੰਦਾ ਸੁਣਨਾ ਚਾਹੀਦਾ, ਪਰ ਸਾਡੇ ਹਿਰਦੇ ਵਿੱਚ ਲੁਕਿਆ ਹੋਇਆ ਨਾਮ ਜਪ ਕੇ ਇਹਨੂੰ ਪ੍ਰਗਟ ਨਹੀਂ ਕੀਤਾ। ਤੋ ਇਸ ਲਈ ਮਹਾਰਾਜ ਦਾ ਨਾਮ ਲੁਕਾਉਣ ਕਰਕੇ ਅਸੀਂ ਚੋਰ ਹਾਂ। ਨਾਮ ਦੁਰਾਏ ਚੱਲੇ ਸੋ ਚੋਰ। ਅਪਰਾਧੀ ਵੀ ਹਾਂ, ਕਿਉਂਕਿ ਮਹਾਰਾਜ ਦਾ ਨਾਮ ਕੌਣ ਜਪਦਾ ਦੱਸੋ? ਕੋਈ ਵੀ ਨਹੀਂ ਜਪਦਾ। ਠੀਕ ਆ, ਆਪਾਂ ਮੱਥਾ ਟੇਕਣ ਦਾ ਆਉਂਦੇ ਹਾਂ, ਅਤੇ ਪਰ ਵਿਸ਼ਵਾਸ ਤਾਂ ਪੀਰਾਂ ਦੀਆਂ ਕਬਰਾਂ ਦੇ ਦੇਵੀ ਦੇਵਤਿਆਂ ਵੱਲ ਹੋਰਨਾਂ ਪਾਸੇ ਧਿਆਨ ਲੱਗਾ ਹੋਇਆ ਹੈ। ਅਤੇ ਅੰਮ੍ਰਿਤਧਾਰੀ ਵੀ ਕਿਹੜਾ ਨਾਮ ਜਪਦੇ ਨੇ, ਔਖਾ ਬੜਾ ਹੈ। ਅਤੇ ਇਸ ਲਈ ਅਪਰਾਧੀ ਵੀ ਹਾਂ, ਪਾਪੀ ਵੀ ਹਾਂ, ਅਤੇ ਚੋਰ ਵੀ ਹਾਂ। ਹਮ ਅਪਰਾਧ ਪਾਪ ਬਹੁ ਕੀਨੇ, ਕਰ ਦੁਸ਼ਟੀ ਚੋਰ ਚੁਰਾਇਆ। ਮਹਾਰਾਜ ਦਾ ਨਾਮ ਲੁਕਾਇਆ ਹੋਇਆ ਹੈ। ਸੋ ਮਹਾਰਾਜ ਦਾ ਸਰੂਪ ਪ੍ਰਗਟ ਨਹੀਂ ਦੇਖ ਰਹੇ, ਇਸ ਲਈ ਅਪਰਾਧੀ ਹਾਂ। ਮਹਾਰਾਜ ਕਹਿੰਦੇ ਭਾਈ ਜੋ ਮਨ ਟਿਕਾ ਕੇ ਜਿਹੜਾ ਵੀ ਗੁਨਾਹਗਾਰ ਅਪਰਾਧੀ ਬੰਦਾ ਨਾਮ ਜਪੇਗਾ, ਸਭਨਾਂ ਦੇ ਦੋਸ਼ ਵਾਹਿਗੁਰੂ ਨਿਵਰਤ ਕਰ ਦੇਵੇਗਾ। ਇਸ ਲਈ ਅਰਦਾਸ ਕਰੀਏ, ਬੇਨਤੀ ਕਰੀਏ। ਟੋਡੀ ਮਹੱਲਾ ਪੰਜਵਾ। ਸਤਿਗੁਰ ਆਇਓ ਸਰਣ ਤੁਹਾਰੀ, ਮਿਲੈ ਸੁਖ ਨਾਮ ਹਰ ਸੁਭਾ। ਚਿੰਤਾ ਲਾਹੀ ਹਮਾਰੀ, ਰਹਾਉ ਅਵਰ ਨ ਸੂਝੈ ਦੂਜੀ ਠਾਹਰ। ਹਾਰ ਭਰਿਓ ਤੋ ਦੁਆਰੀ, ਲੇਖਾ ਛੋੜਿਆ ਲੇਖਾ ਛੂਟੈ। ਹਮ ਨਿਰਗੁਣ ਲੇਹੋ ਵਾਰੀ, ਸਦ ਬਖਸ਼ਿੰਦ ਸਦਾ ਮਿਹਰਬਾਨਾ। ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਛੈ ਭਰਿਓ। ਰਾਖ ਲਿਓ ਇਹ ਵਾਰੀ। ਵੇਸੂਆ ਰਵਤ ਅਜਾਮਲ ਉਦਰਿਓ। ਸੱਸੇ ਨੂੰ ਔਂਕੜ ਸਲਿਮ ਜਿਹਾ ਲੱਗੇਗਾ। ਬੇਸਵਾ, ਬੇਸਵਾ ਰਵਤ ਅਜਾਮਲ ਉਦਰਿਓ। ਜਿਹੜਾ ਵੇਸ਼ਵਾ ਦੇ ਨਾਲ ਰਮਨ ਸੰਗ ਕਰਨ ਵਾਲਾ ਅਜਾਮਲ ਪਾਪੀ ਸੀ, ਉਹ ਵੀ ਸੰਸਾਰ ਸਮੁੰਦਰ ਤੋਂ ਉਧਰ ਗਿਆ, ਤਰ ਗਿਆ। ਮੁਖ ਬੋਲੇ ਨਾਰਾਇਣ ਨਰ ਹਰੇ। ਨਰਾਂ ਨੂੰ ਹਰੇ ਭਰੇ ਕਰਨ ਵਾਲੇ ਨਾਰਾਇਣ ਪਰਮੇਸ਼ਰ ਦਾ ਨਾਮ ਅੰਤ ਵੇਲੇ ਮੂੰਹ ਨਾਲ ਬੋਲਣੇ ਕਰਕੇ ਵੇਸਵਾ ਦਾ ਸੰਗ ਕਰਨ ਵਾਲਾ ਅਜਾਮਲ ਵੀ ਉਧਰ ਗਿਆ। ਅਜਾਮਲ ਪਾਪੀ ਜਗ ਜਾਣੇ, ਨਿਮਕ ਮਾਹੀ ਨਿਸਤਾਰਾ। ਨਾਮ ਜਪਤ ਉਗਰ ਸੈਣ ਗਾਤ ਪਾਈ। ਪ੍ਰਭੂ ਦਾ ਨਾਮ ਜਪ ਕੇ ਕੰਸ ਦੇ ਪਿਓ ਉਗਰ ਸੈਨ ਨੇ ਵੀ, ਕ੍ਰਿਸ਼ਨ ਦੇ ਨਾਨੇ ਉਗਰ ਸੈਨ ਨੇ ਵੀ ਮੁਕਤੀ ਪਾ ਲਈ ਸੀ। ਕਿਉਂਕਿ ਸ੍ਰੀ ਕ੍ਰਿਸ਼ਨ ਜੀ ਨੇ ਕੰਸ ਦੀ ਕੈਦ ਵਿੱਚ ਪਏ ਹੋਏ ਉਗਰ ਸੈਨ ਦੇ ਬੰਧਨ ਤੋੜ ਕੇ ਮੁਕਤ ਕਰ ਦਿੱਤਾ ਸੀਗਾ। ਮਹਾਰਾਜ ਫਰਮਾਉਂਦੇ ਨੇ, ਤੋੜ ਬੰਧਨ ਮੁਕਤ ਕਰੇ। ਫਿਰ ਹੰਗਤਾ ਮਮਤਾ ਰੂਪੀ ਬੰਧਨ ਤੋੜ ਕੇ ਵੀ ਕ੍ਰਿਸ਼ਨ ਨੇ ਆਪਦੇ ਨਾਨੇ ਨੂੰ ਅੰਤਰੀਵ ਮੁਕਤ ਵੀ ਕਰ ਦਿੱਤਾ ਸੀਗਾ। ਅਤੇ ਉਗਰ ਸੈਨ ਕੋ ਰਾਜ ਦਿਓ। ਕੰਸ ਨੂੰ ਮਾਰ ਕੇ ਆਪਦੇ ਨਾਨੇ ਉਗਰ ਸੈਨ ਨੂੰ ਰਾਜ ਭਾਗ 'ਤੇ ਬਿਠਾਇਆ। ਜਨ ਕੋ ਆਪ ਅਨੁਗ੍ਰਹੋ ਕੀਆ। ਇਸ ਲਈ ਜਿਹੜੇ ਗੁਰਮੁਖ ਜਨਾਂ 'ਤੇ ਪਰਮੇਸ਼ਰ ਨੇ ਆਪ ਕਿਰਪਾ ਦ੍ਰਿਸ਼ਟੀ ਨੂੰ ਕੀਤਾ ਹੈ, ਹਾਰ ਅੰਗੀਕਾਰ ਕਰੇ। ਉਹਨਾਂ ਦਾ ਹਰੀ ਪਰਮੇਸ਼ਰ ਅੰਗੀਕਾਰ ਪੱਖ ਕਰਦਾ ਹੈ, ਜਾਂ ਉਹਨਾਂ ਨੂੰ ਹਰੀ
ਗ੍ਰਹਿਣ ਕਰਦਾ ਹੈ। ਸੇਵਕ ਪੈਜ ਰੱਖੈ ਮੇਰਾ ਗੋਬਿੰਦ। ਜਿਹੜਾ ਮੇਰਾ ਪਰਮੇਸ਼ਰ ਹੈ, ਜਿਸ ਗੋਬਿੰਦ ਦੀ ਤੁਹਾਨੂੰ ਕਥਾ ਸੁਣਾ ਰਹੇ ਹਾਂ, ਉਹ ਆਪਣੇ ਦਾਸਾਂ ਦੀ ਆਪ ਪੈਜ ਪ੍ਰਤੱਗਿਆ ਇੱਜ਼ਤ ਰੱਖਦਾ ਹੈ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ। ਜਹ ਜਹ ਕਾਜ ਕਿਰਤ ਸੇਵਕ ਕੀ, ਤਾਹਾਂ ਤਾਹਾਂ ਉਠਤਾਵੈ। ਸੇਵਕ ਕੋ ਨਿਕਟੀ ਹੋਏ ਦਿਖਾਵੈ। ਹਰ ਜੁਗ ਜੁਗ ਭਗਤੀ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਾਂ ਨਾਨਕ ਐਸਾ ਹਰ ਸੇਵਿਆ, ਅੰਤ ਲਈ ਛਡਾਇਆ। ਸਰਣ ਪਾਰੇ ਉਦਰੇ। ਪਰ ਜੋ ਉਸ ਦੀ ਓਟ ਵਿੱਚ ਮਨ ਬਾਣੀ ਸਰੀਰ ਕਰਕੇ ਪੈਂਦੇ ਨੇ, ਉਹ ਸੰਸਾਰ ਸਮੁੰਦਰ ਤੋਂ ਮੁਕਤ ਹੋ ਗਏ ਹਨ। ਜਨ ਨਾਨਕ ਹਰ ਕਿਰਪਾ ਧਾਰੀ। ਸਤਿਗੁਰੂ ਜੀ ਕਥਨ ਕਰਦੇ ਕਿ ਜਨਾਂ ਦੇ ਉੱਪਰ ਹਰੀ ਪਰਮੇਸ਼ਰ ਨੇ ਦਇਆ ਦ੍ਰਿਸ਼ਟੀ ਕੀਤੀ ਹੈ। ਔਰ ਧਰਿਓ ਨਾਮ ਹਰੇ। ਇਸੇ ਕਰਕੇ ਜਨਾਂ ਨੇ ਹਰੀ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਧਾਰਨ ਕੀਤਾ ਹੈ। ਕਿਰਪਾ ਤੋਂ ਬਗੈਰ ਨਾਮ ਨਹੀਂ ਜਪਿਆ ਜਾਂਦਾ। ਕਿਰਪਾ ਲੈਣੀ ਗੁਰਦੁਆਰੇ ਆਉਣਾ ਪੈਂਦਾ ਹੈ। ਮਾਰੂ ਮਹਲਾ ਚੌਥਾ। ਮਹਾਰਾਜ ਅਜੇ ਢਿੱਡ ਨਹੀਂ ਭਰਿਆ, ਕਿਰਪਾ ਕਰੋ ਕੁਝ ਹੋਰ ਕਥਾ ਸੁਣਾਓ ਨਾਮ ਦੀ। ਤਾਂ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਜੀ ਹੋਰ ਸ਼ਬਦ ਉਚਾਰਦੇ ਨੇ। ਸਿੱਧ ਸਮਾਧ ਜਪਿਓ ਲਿਵ ਲਾਈ। ਵੇਖੋ ਸਿੱਧਾਂ ਨੇ ਸਮਾਧੀ ਦੇ ਵਿੱਚ ਚਿੱਤ ਨੂੰ ਸਥਿਤ ਕਰਨ ਵਾਸਤੇ ਪਰਮੇਸ਼ਰ ਦਾ ਨਾਮ ਜਪਿਆ ਹੈ, ਆਰਾਧਨਾ ਕੀਤਾ ਹੈ ਅਤੇ ਨਾਮ ਦੇ ਵਿੱਚ ਬਿਰਤੀ ਲਾਈ ਹੈ। ਲੋਕਾਂ ਦੇ ਭਾਣੇ ਵੀ ਦਾਣੇ ਵੇਚ ਕੇ ਕੁਲਫੀਆਂ ਖਾਧੀਆਂ। ਜਿਸ ਤਰ੍ਹਾਂ ਅਸੀਂ ਉਹ ਕਣਕ ਦਾ ਬਾਟਾ ਭਰ ਲੈਣਾ ਅਤੇ ਗੋਲੇ ਖਾਂਦੇ ਰਹਿਣਾ, ਅਤੇ ਤਾਂਬਾ ਲੈ ਜਾਣਾ ਅਤੇ ਪਤੀਸਾ ਖਾਣ ਚਲੇ ਜਾਣਾ। ਤੋ ਇੰਝ ਇਸ ਤਰ੍ਹਾਂ ਕੁਲਫੀਆਂ ਅਤੇ ਪਤੀਸਾ ਨਹੀਂ ਖਾਧਾ, ਦਾਣੇ ਵੇਚ ਕੇ ਗੋਲੇ ਨਹੀਂ ਖਾਧੇ, ਅਮਰੂਦ ਨਹੀਂ ਖਾਧੇ ਚਾਟਾਂ ਵਾਲੇ, ਕਰਕੇ ਰੱਬ ਨੂੰ ਪਾਇਆ ਭਗਤੀ ਕਰਕੇ। ਲੋਕਾਂ ਦੇ ਭਾਣੇ ਵੀ ਐਵੇਂ ਮੁਫਤੀ ਮਿਲ ਗਿਆ, ਇਹ ਐਵੇਂ ਕਿਵੇਂ ਤੁਰੇ ਫਿਰਦੇ। ਕਬੀਰ ਜੀ ਕਹਿੰਦਾ ਉਹ ਨਾ ਸਮਝਿਓ, ਕਹੋ ਕਬੀਰ ਭਗਤ ਕਰ ਪਾਇਆ। ਮਨ ਤੇ ਮਹਾਰਾਜ ਗੋਡੀਆਂ ਲਵਾ ਦਿੰਦਾ, ਇਹੋ ਜਿਹੀ ਕਸਵੱਟੀ ਦੇ ਲਾਉਂਦਾ, ਬੰਦੇ ਦੇ ਕੰਨਾਂ ਨੂੰ ਹੱਥ ਲਵਾ ਦਿੰਦਾ, ਅਤੇ ਨਾ ਭੱਜਣ ਜੋਗਾ ਨਾ ਛੱਡਣ ਜੋਗਾ। ਗੁਰੂ ਗੋਬਿੰਦ ਸਿੰਘ ਨੇ ਵੇਖੋ ਕਿਸ ਤਰ੍ਹਾਂ ਅੰਤ ਲਿਆ ਸਿੰਘਾਂ ਦਾ। ਆਪਾਂ ਤਾਂ ਰਾਜ ਕਰ ਰਹੇ ਹਾਂ ਮਹਾਰਾਜ ਦੀ ਬਖਸ਼ਿਸ਼ ਨਾਲ। 8 ਮਹੀਨੇ ਭੁੱਖੇ ਮਾਰਿਆ, 8 ਮਹੀਨੇ ਨਾ ਭੱਜਣ ਜੋਗੇ, ਛੱਡਣ ਜੋਗੇ, ਨਾ ਉੱਥੇ ਰਹਿਣ ਜੋਗੇ। ਕਹਿੰਦੇ ਮਹਾਰਾਜ ਇਹ ਤਾਂ ਮਾਰੀ ਘੱਤੋ ਤਾਂ ਹੀ ਚੰਗਾ। ਮਹਾਰਾਜ ਕਹਿੰਦੇ ਵੀ ਨਾ ਵੀਰ ਮੇਰੇ, ਇਹ ਕਿਲ੍ਹੇ 'ਚ ਨਾ ਬਾਹਰ ਜਾਓ, ਬਾਹਰ ਜੰਗ 'ਚ ਮਾਰੀ ਜਾਓਗੇ। ਕਹਿੰਦੇ ਮਾਰੀ ਜਾਈਏ, ਭੁੱਖ ਤੋਂ ਤਾਂ ਬਚਾਂਗੇ ਨਾ, ਨਿੱਤ ਨਿੱਤ ਮਰਨ ਤੋਂ। ਸ਼ਹੀਦੀਆਂ ਪਵਾ ਦਿਓ ਮਹਾਰਾਜ, ਭੁੱਖੇ ਨਹੀਂ ਰਿਹਾ ਜਾਂਦਾ। ਕਹਿੰਦੇ ਚਲੋ ਤੁਹਾਡੀ ਮਰਜ਼ੀ ਹੈ। ਵੀ ਕੱਲ੍ਹ ਨੂੰ ਨਾ ਮੈਨੂੰ ਆਖਿਓ ਵੀ ਗੁਰੂ ਗੋਬਿੰਦ ਸਿੰਘ ਨੇ ਦੱਸਿਆ ਨਹੀਂ, ਮੈਂ ਤੁਹਾਨੂੰ ਦੱਸਦਾ ਜੇ। ਇਹ ਮਾਤਾ ਜੀ ਜਿਨ੍ਹਾਂ ਬੱਚਿਆਂ ਦੀ ਰੱਖਿਆ ਲਈ ਤੂੰ ਕਿਲ੍ਹਾ ਛੱਡਣਾ ਚਾਹੁੰਦੀ, ਇੱਥੇ ਸੇਫ ਨੇ, ਨਹੀਂ ਤਾਂ ਅੱਗੇ ਬਿਪਤਾ ਪਊਗੀ। ਕਹਿੰਦੇ ਕੋਈ ਨਹੀਂ ਪੁੱਤ, ਜੋ ਹੋਊਗਾ ਵੇਖੀ ਜਾਊਗੀ, ਆਪਾਂ ਤਾਂ ਨਹੀਂ ਇੱਥੇ ਰਹਿਣਾ। ਵੇਖੋ ਮਹਾਰਾਜ ਨੇ ਅੰਤ ਲੈ ਲਿਆ। ਸਰਸਾ 'ਚ ਰੁੜ ਗਏ ਕਈ, ਵੇਖ ਲਓ। ਚਮਕੌਰ ਦੀ ਜੰਗ ਦੀ ਭੇਟਾ ਹੋ ਗਏ, ਕਿੰਨਾ ਅੰਤ ਲਿਆ ਰੱਬ ਨੇ। ਅੱਜ ਤੱਕ ਵੇਖੋ ਕੋਟੀ ਪੈਂਦੀ ਰਹੀ ਹੈ, ਕੋਈ ਸੁੱਖ ਸ਼ਾਂਤੀ ਨਾਲ ਸੁੱਖ ਦਾ ਸਾਹ ਨਹੀਂ ਮਿਲਿਆ ਸਿੰਘਾਂ ਨੂੰ। ਮਹਾਰਾਜ ਸੱਚੇ ਪਾਤਸ਼ਾਹ ਦੀ ਵੇਖੋ ਕੈਸੀ ਨਿਗਾਹ ਹੈ। ਅਤੇ ਫਿਰ ਵੀ ਸਿੰਘਾਂ ਨੇ ਅਰਦਾਸ ਦੇ ਵਿੱਚ ਉਹਨਾਂ ਦਾ ਆਪਾਂ ਨਾਮ ਲੈਂਦੇ। ਬਾਬੇ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਸਾਮਣ ਦੀ ਸੰਗਰਾਂਦ ਨੂੰ ਆਪਾਂ ਮਨਾਇਆ ਹੈ ਪਰਸੋਂ। ਅਤੇ ਇਹ ਬਾਬੇ ਹਨੂੰਮਾਨ ਸਿੰਘ ਜੀ ਨੇ ਵੇਖੋ ਸਭ ਤੋਂ ਪਹਿਲਾਂ ਗੋਰਿਆਂ ਨਾਲ ਜੰਗ ਕਰਕੇ ਸ਼ਹੀਦੀ ਪ੍ਰਾਪਤ ਕੀਤੀ। ਇਹਨਾਂ ਨੇ ਸਿਦਕ ਨਿਭਾਇਆ, ਜਿਨ੍ਹਾਂ ਤਾਂ ਨਾਰੇ ਨਾ ਚਰਾਏ, ਖੋਪਰੇ ਲੁਹਾਏ, ਬੰਦ ਬੰਦ ਕਟਵਾਏ, ਤੇ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਹ ਉਹ ਰੱਬ ਐਵੇਂ ਖੁਸ਼ ਨਹੀਂ ਹੁੰਦਾ, ਸਿਰ ਦੇਣਾ ਪੈਂਦਾ ਹੈ। ਐਸਾ ਸਤਿਗੁਰੂ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ। ਕਹੋ ਕਬੀਰ ਭਗਤ ਕਰ ਪਾਇਆ, ਭੋਲੇ ਪਾਏ ਮਿਲੇ ਰਗ ਰਾਇਆ। ਸਿੱਧਾਂ ਨੇ ਸਮਾਧੀ ਵਿੱਚ ਲਿਵ ਲਾਈ ਹੈ। ਕਹਿੰਦੇ ਕੰਚਨ ਸਿਉ ਪਾਈਆ ਨਹੀਂ ਤੋਲ, ਸੋਨੇ ਬਦਲੇ ਨਹੀਂ ਮਿਲਦਾ।
ਮਨ ਦੇ ਰਾਮ ਲਿਆ ਹੈ ਮੋਲ। ਮਨ ਦੇ ਕੇ ਰਾਮ ਮੁੱਲ ਲਈਦਾ। ਆਪ ਮੋਹਿ ਰਾਮ ਆਪਣਾ ਕਰ ਜਾਣਿਆ, ਸਹਿ ਸੁਭਾਏ ਮੇਰਾ ਮਨ ਮਾਨਿਆ ਰਹਾ। ਸਿੱਧ ਸਮਾਦ ਜਪਿਓ ਲਿਵ ਲਾਈ। ਚੌਂਕੜਾ ਮਾਰਨਾ ਪੈਂਦਾ। ਗੁਰੂ ਗੋਬਿੰਦ ਸਿੰਘ ਨੇ ਖੁਦ ਆਪ ਵੇਖੋ ਹੇਮਕੁੰਡ ਦੀ ਪਹਾੜੀ ਤੇ 4 ਯੁੱਗਾਂ ਦਾ ਚੌਂਕੜਾ ਮਾਰਿਆ। ਫਿਰ ਗੁਰੂ ਗੋਬਿੰਦ ਸਿੰਘ ਜੀ ਬਣੇ, ਅੰਮ੍ਰਿਤ ਛਕਾਇਆ, ਸਿੰਘਾਂ ਦੇ ਗੁਰੂ ਸਾਹਿਬ ਬਣੇ, 10ਵੇਂ ਪਾਤਸ਼ਾਹ ਅਵਤਰੇ। ਇਉਂ ਲਿਵ ਲਾਉਣੀ ਪੈਂਦੀ ਹੈ। ਗੁਰੂ ਅਮਰਦਾਸ ਕੱਲੀ ਫੜ ਕੇ ਵੇਖੋ ਵਾਹਿਗੁਰੂ ਵਾਹਿਗੁਰੂ ਕਰਦੇ ਰਹੇ। ਸ੍ਰੀ ਗੁਰੂ ਅੰਗਦ ਦੇਵ ਜੀ 6 ਮਹੀਨੇ ਕਿਸੇ ਦੇ ਮੱਥੇ ਨਹੀਂ ਲੱਗੇ, ਭੁੱਖਣ ਭਾਣੇ। ਖਡੂਰ ਸਾਹਿਬ ਇੱਕੋ ਕਮਰੇ ਦੇ ਵਿੱਚ ਹੀ ਤਪ ਕਰਦੇ ਰਹੇ। ਫਿਰ ਆਪਾਂ ਨੂੰ ਕਿਉਂ ਨਹੀਂ ਨਾਮ ਦੀ ਲੋੜ? ਲਿਵ ਤਾਂ ਲਾਉਣੀ ਪਊਗੀ, ਸਮਾਧੀ ਲਾਉਣੀ ਪਏਗੀ। ਸਾਧਕ ਮਨ ਜਪਿਆ। ਹਰ ਸਾਧਨਾ ਕਰਨ ਵਾਲੇ ਪੁਰਖ ਤੇ ਮੰਨਣਸ਼ੀਲ ਪੁਰਖਾਂ ਨੇ ਵੀ ਪਰਮੇਸ਼ਰ ਦਾ ਨਾਮ ਜਪਿਆ ਹੈ। ਜਤੀ ਸਤੀ ਸੰਤੋਖੀ ਧਿਆਇਆ। ਜਾਤ ਧਾਰਨ ਵਾਲੇ ਜਤੀਆਂ ਨੇ, ਸਤਿਪਰਦਾਗੀ ਪੁਰਖਾਂ ਨੇ, ਸਤ ਵਾਲੇ ਹਰੀਚੰਦ ਰਾਜੇ ਆਦਿਕ ਜਾਂ ਸੰਤੋਖੀ ਚੁਣਕ ਰਿਖੀ ਆਦਿਕ, ਇਹਨਾਂ ਸਾਰਿਆਂ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਇਆ, ਆਰਾਧਨਾ ਕੀਤਾ ਹੈ। ਮੁਖ ਇੰਦਰਾਦਿਕ ਰਵਿਆ। ਦੇਵਤਿਆਂ ਦੇ ਮੁਖੀ ਇੰਦਰ ਆਦਿਕਾਂ ਨੇ ਵੀ ਪਰਮੇਸ਼ਰ ਦੇ ਨਾਮ ਨੂੰ ਉਚਾਰਿਆ। ਐਵੇਂ ਨਹੀਂ ਇੰਦਰ ਬਣ ਗਏ, ਇੰਦਰ ਆਦਿਕ ਦੇਵਤਿਆਂ ਨੇ ਵੀ ਮੂੰਹ ਨਾਲ ਪਰਮੇਸ਼ਰ ਦਾ ਨਾਮ ਜਪਿਆ ਹੈ। ਸ਼ਰਨ ਪਰੇ ਜਪਿਓ ਤੇ ਪਾਏ। ਜਿਹੜੇ ਆਪਾ ਭਾਵ ਛੱਡ ਕੇ ਗੁਰਾਂ ਦੀ ਸ਼ਰਨ 'ਚ ਪੈ ਕੇ ਪਰਮੇਸ਼ਰ ਦਾ ਨਾਮ ਜਪਦੇ ਨੇ, ਉਹ ਗੁਰਾਂ ਨੂੰ ਜਾਂ ਪਰਮੇਸ਼ਰ ਨੂੰ ਪਾਉਂਦੇ ਚੰਗੇ ਲੱਗਦੇ ਹਨ। ਗੁਰਮੁਖ ਪਾਰ ਪਾਇਆ। ਪਾਰੋ ਗੁਰਮੁਖ ਜਨ ਸੰਸਾਰ ਸਮੁੰਦਰ ਤੋਂ ਪਾਰ ਪੈ ਗਏ ਨੇ, ਜਾਂ ਜਿਸ ਨੇ ਗੁਰਮੁਖਾਂ ਦੀ ਸੰਗਤ ਕੀਤੀ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਪਿਆ ਹੈ। ਮੇਰੇ ਮਨ ਇਹ ਮੇਰਿਆ ਮਨ ਨਾਮ ਜਪਤ ਤਰਿਆ। ਸੁਣ ਤੇਰੇ ਤਾਈਂ ਦਸੀਏ ਕਿ ਅੰਮ੍ਰਿਤ ਨਾਮ ਨੂੰ ਜਪ ਕੇ ਕੌਣ ਕੌਣ ਤਰਿਆ ਹੈ। ਧੰਨਾ ਜੱਟ ਸਿੱਧਾ ਸਾਦਾ ਜੱਟ ਬਿਨਾਂ ਵਲ ਵੜਿੰਗ ਤੋਂ ਜ਼ਿਮੀਂਦਾਰ ਬੰਦਾ ਭਗਤ ਧੰਨਾ ਜੀ, ਜਿਹੜਾ ਕਦੇ ਗੁਰਦੁਆਰੇ ਆਇਆ ਨਹੀਂ ਸੀਗਾ, ਕਦੇ ਮੰਦਰ ਮਸੀਤ ਨਹੀਂ ਸੀ ਗਿਆ। ਉਹ ਇੱਕ ਬਾਹਮਣ ਨੂੰ ਹੀ ਵੇਖ ਕੇ ਮਨ 'ਚ ਉਤਸ਼ਾਹ ਪੈਦਾ ਕਰ ਗਿਆ ਕਿ ਮੈਂ ਵੀ ਪੂਜਾ ਪਾਜਾ ਕਰਾਂ। ਨਾ ਉਹਦੇ ਕੋਲ ਧੂਪ ਸੀਗੀ, ਨਾ ਕੋਈ ਉਹਦੇ ਕੋਲ ਜੋਤ ਸੀਗੀ, ਅਤੇ ਨਾ ਕੋਈ ਉਹਦੇ ਕੋਲ ਪ੍ਰਸ਼ਾਦ ਸੀਗਾ। ਬਸ ਜੱਟਾਂ ਨਾਲ ਸਿੱਧਾ ਸਾਦਾ ਕੰਮ। ਚਾਟੀ ਦੀ ਲੱਸੀ ਵੇਖੋ, ਲੱਸੀ ਪਿਆ ਕੇ ਰੱਬ ਨੂੰ ਖੁਸ਼ ਕਰ ਲਿਆ। ਦੁੱਧ ਵੀ ਨਹੀਂ ਪਿਆਇਆ, ਲੱਸੀ ਪਿਆ ਦਿੱਤੀ। ਹੈਰਾਨੀ ਦੀ ਗੱਲ, ਨਾਲ ਸਬਜ਼ੀ ਵੀ ਨਹੀਂ, ਕੋਈ ਚਾਰ ਨਹੀਂ, ਕੋਈ ਕਿਸੇ ਕਿਸਮ ਨਾਲ ਕੋਈ ਸਲਾਦ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਮਿੱਸੇ ਪ੍ਰਸ਼ਾਦੇ। ਅਤੇ ਵੇਖੋ ਸੁੱਕੀਆਂ ਰੋਟੀਆਂ ਦੇ ਦਹੀਂ ਦੁਹੀਂ ਆਦਿਕ ਲੱਸੀ ਲਿਆ ਕੇ ਮਹਾਰਾਜ ਦੇ ਅੱਗੇ ਰੱਖ ਦਿੱਤੀ। ਉਹਨੂੰ ਕੀ ਪਤਾ ਸੀਗਾ? ਸੋਚਿਆ ਵੀ ਰੱਬ ਪ੍ਰਗਟ ਨਹੀਂ ਹੁੰਦਾ। ਪੰਡਤ ਨੇ ਧੂੰਆਂ ਜਿਹਾ ਕੀਤਾ ਸੀਗਾ, ਕੀ ਪਤਾ ਧੂੰਏ ਨਾਲ ਹੀ ਆ ਜਾਏ। ਉਹਨੂੰ ਕੀ ਪਤਾ ਸੀ? ਉਹਨੇ ਧੂਪ ਦਿਖਾਈ ਹੈ ਅਤੇ ਉਹਨੇ ਗਿੱਲੇ ਗੋਹੇ ਦਾ ਹੀ ਧੂੰਆਂ ਲਾਤਾ, ਜਿਸ ਤਰ੍ਹਾਂ ਮੱਝਾਂ ਗਾਵਾਂ ਦੇ ਕੋਲ ਮੱਛਰ ਨਾ ਆਵੇ। ਸੋਚਿਆ ਵੀ ਸ਼ਾਇਦ ਤਾਂ ਹੀ ਧੂੰਆਂ ਲਾਈਦਾ, ਧੂੰਆਂ ਲਾ ਕੇ ਬਹਿ ਗਿਆ, ਗਿੱਲੇ ਗੋਹੇ ਦਾ ਹੀ ਧੂਪ ਦਿਖਾਤਾ। ਇਸ ਤਰ੍ਹਾਂ ਦਾ ਸਿੱਧਾ ਸਾਦਾ ਜੱਟ ਭਗਤ ਧੰਨਾ ਜੀ। ਬਾਲਮੀਕ ਬਟਵਾਰਾ। ਤੇ ਰਾਹ ਮਾਰਨ ਵਾਲਾ ਧਾੜ ਵੀ ਬਾਲਮੀਕ। ਗੁਰਮੁਖ ਪਾਰ ਪਾਇਆ। ਵੇਖੋ ਇਹ ਗੁਰਮੁਖ ਬਣ ਗਏ। ਇਹਨਾਂ ਨੇ ਆਪਦੇ ਗੁਰੂਆਂ ਦੇ ਬਚਨਾਂ 'ਤੇ ਪਹਿਰਾ ਦਿੱਤਾ। ਭਾਵੇਂ ਉਹਨਾਂ ਨੇ ਜਿਸ ਤਰ੍ਹਾਂ ਵੀ ਆਖਿਆ, ਪੂਰੇ ਪੂਰੇ ਬਚਨ ਉਹਨਾਂ ਨੇ ਨਿਭਾਏ। ਗੁਰਮੁਖਾਂ ਦੀ ਸੰਗਤ ਦੁਆਰਾ ਜਾਂ ਮੁਖੀ ਗੁਰਾਂ ਦੇ ਉਪਦੇਸ਼ ਦੁਆਰਾ ਧੰਨੇ ਨੂੰ ਸਾਧ ਸੰਗਤ ਜੀਓ ਕਬੀਰ ਤੇ ਨਾਮਦੇਵ ਜੀ ਦਾ ਨਾਮ ਸੁਣ ਕੇ ਉਤਸ਼ਾਹ ਆਇਆ ਸੀਗਾ। ਇਹ ਬਿਦ ਸੁਣ ਕੇ ਜੱਟ ਉੱਠ ਭਗਤੀ ਲਾ ਕੇ ਫਿਰ ਉਹਨਾਂ ਭਗਤੀ ਕੀਤੀ ਸੀਗੀ, ਅਤੇ ਸੰਗਤ ਵੀ ਕੀਤੀ ਹੋਊਗੀ ਜਿਹੜਾ ਨਾਮ ਸੁਣਿਆ। ਅਤੇ ਫਿਰ ਜਿਹੜਾ ਬਾਲਮੀਕ ਸੀ, ਇਹਨਾਂ ਨੂੰ ਵੀ ਪੂਰਨ ਸਾਧੂਆਂ ਦੀ ਸੰਗਤ ਹੋਈ। ਇਉਂ ਜਿੰਨਾ ਵੀ ਪਾਇਆ ਗੁਰਮੁਖਾਂ ਦੀ ਸੰਗਤ ਦੁਆਰਾ ਨਾਮ ਜਪ ਕੇ ਗੁਰੂਆਂ ਦੁਆਰਾ ਪਾਇਆ ਹੈ, ਸਾਰੇ ਪਾਰ ਪੈ ਗਏ। ਜਿਹੜੇ ਗੁਰਮੁਖਾਂ ਦੀ ਸੰਗਤ 'ਚ ਮਿਲੇ ਉਹ ਸੰਸਾਰ ਸਮੁੰਦਰ ਤੋਂ ਪਾਰ ਪੈ ਗਏ। ਰਹਾਉ। ਤੁਸੀਂ ਵੀ ਸੰਗਤ ਕਰੋ ਅਤੇ ਨਾਮ ਜਪੋ।
ਵਿਸ਼ਰਾਮ ਦਿੰਦੇ ਨੇ। ਸੁਰ ਨਰ ਗਣ ਗੰਧਰਵੇ ਜਪਿਓ। ਦੇਵਤੇ ਭਾਵ ਦੇਵੀ ਸੰਪਦਾ ਵਾਲੇ ਪੁਰਖ ਸੁਰ, ਨਰ ਸੂਰਮੇ ਬਹਾਦਰ ਰਾਜਸੀ ਸੁਭਾਅ ਵਾਲੇ ਪੁਰਖ ਗਣ, ਸ਼ਿਵ ਜੀ ਦੇ ਟੌਣਾ ਛੌਣਾ ਆਦਿਕ ਗਣ ਜਾਂ ਗਣ ਸਮੂਹ ਗੰਧਰਵਾ ਆਦਿਕ ਸਭਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ। ਰਿਖ ਬਪੁਰੈ ਹਰ ਗਾਇਆ। ਵਿਚਾਰੇ ਰਿਖੀਆਂ ਨੇ ਵੀ ਹਰੀ ਪਰਮੇਸ਼ਰ ਦੇ ਜਸ ਨੂੰ ਗਾਇਆ ਹੈ। ਸ਼ੰਕਰ ਬ੍ਰਹਮੈ ਦੇਵੀ ਜਪਿਓ। ਸ਼ਿਵ ਜੀ ਭਗਵਾਨ ਨੇ, ਬ੍ਰਹਮਾ ਨੇ, 9 ਕਰੋੜ ਦੇਵੀਆਂ ਨੇ ਵੀ ਪਰਮੇਸ਼ਰ ਦੇ ਨਾਮ ਨੂੰ ਜਪਿਆ। ਐਵੇਂ ਦੇਵੀਆਂ ਨਹੀਂ ਬਣ ਗਈਆਂ। ਜੇ ਆਪਾਂ ਆਖੀਏ ਵੀ ਦੇਵੀ ਦੇਵਤੇ ਐਵੇਂ ਨੇ, ਸਭ ਭਗਤੀ ਵਾਲੀਆਂ ਰੂਹਾਂ ਹਨ। ਮੁਖ ਹਰ ਹਰ ਨਾਮ ਜਪਿਆ। ਮੁਖੀ ਪੁਰਖਾਂ ਨੇ ਵੀ ਪਾਪਾਂ ਦੇ ਹਾਰਕ ਹਰੀ ਪਰਮੇਸ਼ਰ ਦੇ ਨਾਮ ਨੂੰ ਜਪਿਆ। ਸਾਰੇ ਹਰੀ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਹੀ ਮੁਖੀ ਪ੍ਰਧਾਨ ਸਾਹਿਬ ਬਣੇ ਨੇ। ਮੈਂ ਤਾਂ ਇਹ ਵੀ ਗੱਲ ਮੰਨਦਾ ਵੀ ਆ ਜਿਹੜੇ ਰਾਧਾ ਸਵਾਮੀਆਂ ਦੇ ਗੁਰੂ ਨੇ ਮਹਾਰਾਜ ਗੁਰਿੰਦਰ ਸਿੰਘ ਜੀ ਮਹਾਰਾਜ ਪਾਤਸ਼ਾਹ, ਮੱਥਾ ਹੀ ਟੇਕਦੇ ਆ, ਚਿੱਟਾ ਬਣ ਚਿੱਟਾ ਦਾੜਾ ਹੈ। ਆਪਾਂ ਕਿਉਂ ਮਾੜਾ ਆਖੀਏ ਦੱਸੋ? ਮਾੜਾ ਕਹਿ ਕੇ ਆਪਾਂ ਨੂੰ ਮਿਲਣਾ ਕੀ ਹੈ ਦੱਸੋ? ਮਿਲਣਾ ਕੁਛ? ਮਿਲਣਾ ਤਾਂ ਉਹੀ ਜਿਹੜਾ ਆਪਾਂ ਆਪਦੀ ਕਥਾ ਕੀਤੀ, ਕੋਈ ਬੰਦਗੀ ਕੀਤੀ, ਕਿਉਂ ਨਿੰਦਿਆ ਕਰਨੀ ਹੈ ਭਾਈ? ਆਪਦੇ ਘਰ ਰਾਜੀ ਰਹਿ। ਦੁਨੀਆ ਐਵੇਂ ਤਾਂ ਮੱਥਾ ਟੇਕਦੀ ਨਹੀਂ। ਕੁਛ ਉਹਨਾਂ ਜਪਿਆ ਹੈ, ਕੁਝ ਨਾ ਕੁਝ ਮਾੜਾ ਫੇਰੀ ਹੈ, ਭਾਵੇਂ ਝੂਠੀ ਸੱਚੀ ਜੋ ਮਰਜ਼ੀ ਹੈ, ਪਰ ਜਪਿਆ ਤਾਂ ਹੈ। ਜੇ ਸਾਡੇ 'ਚ ਤਾਕਤ ਹੈ ਤੇ ਤੁਸੀਂ ਜਪ ਕੇ ਦੁਨੀਆ ਮਗਰ ਲਾਓ। ਕਿਸੇ ਨੂੰ ਮਾੜਾ ਕਿਉਂ ਆਂਦੇ ਹੋ ਭਾਈ? ਗੁਰੂ ਨਾਨਕ ਸਾਹਿਬ ਨੇ ਡੰਡਾ ਥੋੜ੍ਹੋ ਘੁਮਾਇਆ ਸੀਗਾ। ਆਪਦੀ ਭਗਤੀ ਦੇ ਪ੍ਰਤਾਪ ਨਾਲ ਸੰਸਾਰ ਨੂੰ ਹੀਨ ਬਣਾਈ ਹੈ। ਅਤੇ ਇਸ ਲਈ ਤੁਹਾਡੇ 'ਚ ਕੋਈ ਕਣੀ ਆ, ਤੁਸੀਂ ਕਰਕੇ ਦਿਖਾਓ। ਅਸੀਂ ਫੋਟੋਆਂ ਲਾਉਂਦੇ ਹਾਂ, ਫੇਸਬੁੱਕ 'ਤੇ ਵੇਖੋ ਲਾਈਵ ਚੱਲਦਾ, ਲੋਕ ਫਿਰ ਵੀ ਸੁਣ ਕੇ ਰਾਜੀ ਨਹੀਂ। ਇੱਥੇ ਆਇਆ ਸੀ ਬਾਬਾ, ਇੱਕੋ ਹੀ ਸਾਖੀ ਸੁਣਾਈ ਕਬੀਰ ਦੀ ਬਸ, ਅਤੇ ਮੈਂ ਵੇਖਿਆ ਸਾਡੇ ਰਾਹ ਪੋਲੇ ਹੋ ਗਏ। ਮਿੱਟੀ ਗੋਡੇ ਗੋਡੇ ਉੱਡਦੀ ਰਹੀ, ਕਿਸੇ ਨੂੰ ਰਾਹ ਹੀ ਨਹੀਂ, ਚੌਂਕ ਬੰਦ ਹੋ ਗਏ। ਨਿੱਕੀਆਂ ਨਿੱਕੀਆਂ ਗਲੀਆਂ ਥਾਣੀ ਕਾਰਾਂ ਫਸਾ ਕੇ ਲੋਕ ਭੱਜ ਕੇ ਪਹੁੰਚੇ। ਇੱਕ ਛੋਟੀ ਜਿਹੀ ਕਬੀਰ ਦੀ ਅੱਧੇ ਘੰਟੇ ਦੀ 35 ਮਿੰਟਾਂ ਦੀ ਸਾਖੀ ਸੁਣ ਲਈ, ਦੁਨੀਆ ਕਮਲੀ ਹੋ ਗਈ। ਕੁਛ ਨਾ ਕੁਛ ਉਹਨੇ ਕੀਤਾ, ਫੇਰ ਹੀ ਅਗਲੇ ਦੇ ਮਗਰ ਆਉਂਦੇ ਨੇ। ਸਾਡੇ ਸਿੱਖਾਂ ਦਾ ਕੰਮ ਕੀ ਹੈ? ਕਿਸੇ ਦੇ ਪੋਸਟਰ ਪਾੜ ਦਿੱਤੇ, ਤਾਈਓ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ। ਉਸੇ ਦਿਨ ਤੋਂ ਸ਼ੁਰੂ ਹੋਈ। ਹੁਣ ਕਿਸੇ ਦੇ ਪਿਓ ਨੂੰ ਭਾਵੇਂ ਕੋਈ ਸ਼ਰਾਬੀ ਹੈ, ਕਬਾਬੀ ਹੈ, ਜੋ ਮਰਜ਼ੀ ਹੈ, ਸਾਨੂੰ ਕੀ ਲੋੜ ਹੈ ਕਿਸੇ ਨੂੰ ਮਾੜਾ ਕਹਿਣ ਦੀ? ਤੁਸੀਂ ਆਪਦੇ ਪਿਓ ਦੀ ਵਡਿਆਈ ਕਰੋ। ਅਸੀਂ ਸਿੰਘ ਸੂਰਮੇ ਨਿਹੰਗ ਫੜ ਕੇ ਕਿਰਪਾਨਾਂ, ਤੂੰ ਕੌਣ ਤੇ ਮੈਂ ਕੌਣ? ਉਹ ਫਿਰ ਜਦੋਂ ਭੋਗਣਾ ਪੈਂਦਾ ਫਿਰ ਕੰਨਾਂ ਨੂੰ ਹੱਥ ਲੱਗਦੇ। ਤੋ ਇਸ ਲਈ ਕਿਸੇ ਦੇ ਪਿਓ ਨੂੰ ਗਾਲ ਕੱਢਾਂਗੇ, ਰਾਜ ਘੇਰਾਂਗੇ, ਉਹਦੇ ਵੀ ਨੌਜਵਾਨ ਮੁੰਡੇ ਨੇ, ਉਹ ਸਾਡੀ ਧੌਣ 'ਤੇ ਗੋਡਾ ਰੱਖੂਗਾ, ਸਾਡੇ ਪਿਓ ਨੂੰ ਘੇਰੂਗਾ। ਅਤੇ ਇਸ ਵਾਸਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਪਾਂ ਨਾਮ ਜਪਣਾ ਹੈ, ਕਿਸੇ ਨੂੰ ਮਾੜਾ ਨਹੀਂ ਕਹਿਣਾ। ਦੇਵੀ ਦੇਵਤੇ ਆਪਦੇ ਘਰ ਨੇ, ਉਹਨਾਂ ਭਗਤੀ ਕੀਤੀ ਹੈ, ਦੁਨੀਆ ਉਹਨਾਂ ਨੂੰ ਮੰਨਦੀ ਹੈ। ਆ ਪੀਰ ਫਕੀਰੇ ਵੀ ਨਾਮ ਅਭਿਆਸੀ ਨੇ। ਠੀਕ ਹੈ ਵੀ ਨਗੁਰੇ ਮਰ ਗਏ, ਮੁਕਤੀ ਨਹੀਂ ਹੋਈ, ਗੱਲ ਵੱਖਰੀ ਹੈ। ਅਤੇ ਪਰ ਪੂਜਾ ਤਾਂ ਉਸੇ ਦੀ ਹੁੰਦੀ ਜਿਹਨੇ ਨਾਮ ਜਪਿਆ। ਮੁਕਤੀ ਕਲਿਆਣ ਦੀ ਗੱਲ ਤਾਂ ਗੁਰੂ ਨਾਨਕ ਸਾਹਿਬ ਦੇ ਘਰ ਹੀ ਹੈ। ਬਾਕੀ ਨਾਮ ਤਾਂ ਸਾਰਿਆਂ ਜਪਿਆ, ਅੰਦਰ ਨੇ ਵੀ ਜਪਿਆ। ਐਵੇਂ ਭਈ ਮਾੜਾ ਆਖੀਏ ਵੀ ਗੌਤਮ ਦੇ ਘਰ ਜਾ ਕੇ ਉਹਨੇ ਕਲੰਕ ਖੱਟਿਆ, ਗਲਤੀ ਤਾਂ ਸਭਨਾਂ ਕੋਲੋਂ ਹੁੰਦੀ ਹੈ। ਹਾਂ, ਗੁਰੂ ਗੋਬਿੰਦ ਸਿੰਘ ਨੇ ਰਹਿਤ ਬਖਸ਼ੀ ਹੈ ਵੀ ਨਾਮ ਵੀ ਜਪੋ, ਨਾਲ ਰਹਿਤ ਵੀ ਰੱਖੋ। ਦੂਜਿਆਂ ਨੇ ਰਹਿਤ ਨਹੀਂ ਦਿੱਤੀ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸਾਧ ਸੰਗਤ ਜੀ ਕੇਸ ਰਖਾਉਂਦੇ ਨੇ, ਨਸ਼ੇ ਛਡਾਉਂਦੇ ਨੇ, ਰਹਿਤ ਰਖਾਉਂਦੇ ਨੇ ਵੀ ਬਾਣੀ ਪੜ੍ਹੋ, ਨਿਤਨੇਮੀ ਹੋਵੋ ਅਤੇ ਨਾਲ ਰਹਿਤ ਰੱਖੋ। ਅਤੇ ਇਹੀ ਗੁਰੂ ਘਰ ਦੀ ਵਿਸ਼ੇਸ਼ਤਾ ਹੈ। ਬਾਕੀ ਸਭਨਾਂ ਨੇ ਮਹਾਰਾਜ ਦਾ ਨਾਮ ਜਪਿਆ। ਹਰ ਹਰ ਨਾਮ ਜਿਨਾ ਮਨ ਭੀਨਾ। ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਦੇ ਵਿੱਚ ਜਿਨ੍ਹਾਂ ਦਾ ਮਨ, ਜਿਨ੍ਹਾਂ ਦਾ ਚਿੱਤ ਭਿੱਜ ਗਿਆ ਹੈ, ਤੇ ਗੁਰਮੁਖ ਪਾਰ ਪਾਇਆ। ਤੇ ਉਹ ਗੁਰਮੁਖ ਜਨ ਸੰਸਾਰ ਸਮੁੰਦਰ ਤੋਂ ਪਾਰ ਪੈ ਗਏ, ਭਾਵ ਕੇਵਲ ਮੋਖ ਨੂੰ ਪ੍ਰਾਪਤ ਹੋ ਗਏ ਨੇ। ਕੋਟ ਕੋਟ 33 ਸਤਿਆਇਓ। 33 ਕਰੋੜ ਦੇਵਤਿਆਂ ਨੇ ਕਰੋੜਾਂ ਵਾਰ ਉਚਾਰਨ ਕਰਕੇ ਪਰਮੇਸ਼ਰ ਦੇ ਨਾਮ ਨੂੰ ਧਿਆਇਆ, ਆਰਾਧਨਾ ਕੀਤਾ ਹੈ। ਹਰ ਜਪਤ ਆਇਆ ਅੰਤ ਨਾ ਪਾਇਆ। ਪਰ ਹਰੀ ਪਰਮੇਸ਼ਰ ਦਾ ਨਾਮ ਜਪਦਿਆਂ ਉਹਦਾ ਅੰਤ, ਉਹਦਾ ਅਖੀਰ ਕਿਸੇ ਵੀ ਨਹੀਂ ਪਾਇਆ ਹੈ। ਅੰਤ ਨਾ ਅੰਤਾ ਸਦਾ ਬੇਅੰਤਾ,
ਕਹੋ ਨਾਨਕ ਊਚੋ ਊਚਾ। ਵੇਦ ਪੁਰਾਣ ਸਿਮਰਤ ਹਰ ਜਪਿਆ। ਚਾਰੇ ਵੇਦਾਂ ਦੇ ਵਕਤੇ ਪੰਡਤਾਂ ਨੇ ਵੀ ਜਪਿਆ। ਰਾਵਣ ਵੀ 4 ਵੇਦਾਂ ਦਾ ਵਕਤਾ ਸੀਗਾ। 18 ਪੁਰਾਣਾਂ ਨੂੰ ਰਚਣ ਵਾਲੇ ਬਿਆਸ ਸਾਧਕਾਂ ਨੇ ਵੀ ਜਪਿਆ। 27 ਸਿਮਰਤੀਆਂ ਰਚਣ ਵਾਲਿਆਂ ਆਦਿਕ ਸਭਨਾਂ ਨੇ ਹਰੀ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ। ਮਤਲਬ ਕਿ ਨਾਮ ਤੋਂ ਬਗੈਰ ਨਹੀਂ ਸਰਨਾ। ਐਵੇਂ ਸੁੱਖਾ ਘੋੜ ਘੋੜ ਪੀਵੀ ਜਾਓ, ਜਕਾਰੇ ਛੱਡੀ ਜਾਓ, ਨਿਰੇ ਜਕਾਰਿਆਂ ਨੇ ਮੁਕਤੀ ਨਹੀਂ ਦੇਣੀ। ਬਹਿ ਕੇ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਕਰਨਾ ਪਊਗਾ। ਗੁਟਕਾ ਫੜ ਕੇ ਸੁਖਮਨੀ ਸਾਹਿਬ ਦਾ ਪੜ੍ਹਨਾ ਹੀ ਪਊਗਾ। ਬਾਣੀ ਪੜ੍ਹੀ ਤੋਂ ਮੁਕਤੀ ਮਿਲਣੀ ਹੈ। ਇੰਜ ਸੋ ਵਿਹਲੇ ਬੈਠਿਆਂ ਹੋਇਆ ਅਤੇ ਇਸ ਤਰ੍ਹਾਂ ਖਾਲਸਾ ਫੌਜ ਕਹਾਉਣ ਦੇ ਨਾਲ ਮੁਕਤੀ ਦੀ ਪ੍ਰਾਪਤੀ ਨਹੀਂ। ਮਹਾਰਾਜ ਕਹਿੰਦੇ ਆਤਮ ਰਸ ਜੇ ਜਾਣ ਹੀ ਸੋ ਹੈ ਖਾਲਸ ਦੇਵ। ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਜਕ ਨਾਹਿਨ ਭੇਵ। ਮੁਖ ਪੰਡਤ ਹਰ ਗਾਇਆ। ਸ਼ੰਕਰਾਚਾर्य ਆਦਿਕ ਮੁਖੀ ਪੰਡਤ, ਬਾਲਮੀਕ ਆਦਿਕ ਮੁਖੀ ਪੰਡਤ ਵਿਦਵਾਨਾਂ ਜਾਂ ਮੁਖੀ ਪੰਡਤਾਂ ਨੇ ਵੀ ਹਰੀ ਪਰਮੇਸ਼ਰ ਦਾ ਜਸ ਗਾਇਆ ਹੈ, ਗਾਉਣਾ ਕੀਤਾ। ਇੱਕ ਗੁਰਮੁਖ ਮੈਨੂੰ ਮਿਲੇ, ਬ੍ਰਹਮ ਗਿਆਨੀ ਮਹਾਂਪੁਰਖ, ਕਹਿੰਦੇ ਮੈਂ 10ਵੇਂ ਦੁਆਰ ਤੋਂ ਬਾਹਰ ਨਿਕਲ ਚੁੱਕਾ। ਮੈਂ ਉਹਨਾਂ ਨੂੰ ਇੱਕੋ ਹੀ ਸਵਾਲ ਕੀਤਾ, ਮੈਂ ਕਿਹਾ ਵੀ ਤੁਹਾਨੂੰ ਲਾਗ ਕਿਵੇਂ ਲੱਗੀ? ਵੀ ਵੇਖਣ ਨੂੰ ਤਾਂ ਤੁਸੀਂ ਆਮ ਸਿੱਧੇ ਸਾਦੇ ਜੱਟ ਜ਼ਿਮੀਂਦਾਰ ਹੋ, ਅਨਪੜ੍ਹ, ਵੀ ਨਾ ਕਥਾ ਸੁਣੀ, ਨਾ ਕੀਰਤਨ ਸੁਣਿਆ, ਨਾ ਗੁਰਦੁਆਰੇ ਆਏ। ਵੀ ਅੰਮ੍ਰਿਤ ਕਿਹਨੇ ਛਕਾਤਾ? ਨਾਮ ਜਪਣਾ ਦੱਸਿਆ ਕਿਹਨੇ? ਦੱਸੋ। ਕਹਿੰਦੇ ਇੱਕ ਪੰਡਤ ਨੇ। ਉਚਾਰਨ ਕਰੋ ਸਤਨਾਮ ਸ੍ਰੀ। ਮਤਲਬ ਪੰਡਤ ਮਾੜੇ ਨਹੀਂ ਹੁੰਦੇ, ਪੰਡਤ ਵੀ ਨਾਮ ਜਪਦੇ ਨੇ। ਮੈਂ ਪਹਿਲਾਂ ਬੇਨਤੀ ਕੀਤੀ ਹੈ ਵੀ ਪੂਜਾ ਵਾਲੇ ਅਸਥਾਨ 'ਤੇ ਐਵੇਂ ਨਹੀਂ ਕੋਈ ਬੈਠਦਾ, ਸਭਨਾਂ ਦੀ ਭਗਤੀ ਹੈ। ਸਾਡੇ ਪਿੰਡ ਇੱਕ ਉਦਾਸੀ ਮਹਾਤਮਾ ਹੁੰਦੇ ਸੀ, ਭਗਵੇਂ ਕੱਪੜਿਆਂ ਵਾਲੇ, ਅੰਮ੍ਰਿਤਧਾਰੀ ਨਹੀਂ ਸੀਗੇ, ਨਾ ਕਛਹਿਰਾ ਪਹਿਨਦੇ, ਭਗਵਾਂ ਚੋਲਾ, ਪਰ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ, ਸ਼ਹੀਦਾਂ ਦੇ ਅਸਥਾਨ ਦੀ ਸੇਵਾ ਨਿਭਾਉਂਦੇ। ਬੜੇ ਚੰਗੇ ਉਹਨਾਂ ਦਾ ਜੀਵਨ ਮੈਂ ਵੇਖਿਆ। ਸ਼ਾਮਾਂ ਨੂੰ ਜਾਣਾ ਮੱਥਾ ਟੇਕਣ ਅਤੇ ਉਹਨਾਂ ਮਾਲਾ ਫੇਰਦੇ ਹੋਣਾ, ਬੰਦਗੀ ਕਰਦੇ ਹੋਣਾ। ਤੋ ਇੰਜ ਪ੍ਰਸ਼ਾਦ ਜਦ ਵਰਤਦਾ ਅਤੇ ਕਹਿਣਾ ਭਾਈ ਹੁਣ ਪ੍ਰਸ਼ਾਦ ਛਕਣ ਦਾ ਸਮਾਂ, ਤੁਸੀਂ ਸਤਨਾਮ ਵਾਹਿਗੁਰੂ ਚਾਲੂ ਕਰਾਤਾ। ਝੂਠੇ ਮੂੰਹ ਥੋੜ੍ਹੀ ਵਾਹਿਗੁਰੂ ਆਖੀਦਾ, ਸੁੱਚੇ ਮੂੰਹ ਕਹਿ ਕੇ ਫਿਰ ਪ੍ਰਸ਼ਾਦ ਛਕੋ। ਆਪਾਂ ਦਾ ਤਾਂ ਦੇ ਵੀ ਰੌਲਾ ਨਾ ਪਵੇ। ਇਸ ਤਰ੍ਹਾਂ ਦੇ ਉਹਨਾਂ ਦੇ ਆਪ ਦੇ ਸਿਆਣੇ ਬਚਨ ਸਨ। ਅਤੇ ਇਸ ਲਈ ਪੰਡਤ ਵੀ ਨਾਮ ਜਪਦੇ ਨੇ। ਕਹਿੰਦੇ ਵੀ ਪੰਡਤ ਨੇ ਆਖਿਆ ਵੀ ਤੂੰ ਸਾਰੀ ਦਿਹਾੜੀ ਕਈ ਵਾਹੁੰਦਾ ਰਹਿੰਦਾ, ਖਾਲੀ ਖੋਦਦਾ ਰਹਿੰਦਾ, ਗੋਡੀ ਲਾਉਂਦਾ ਰਹਿੰਦਾ। ਕਹਿੰਦਾ ਯੂਪੀ 'ਚ ਮੇਰੀ ਪੈਲੀ ਸੀਗੀ, ਪੰਡਤ ਨਾਲ ਯਾਰੀ ਪੈ ਗਈ। ਪੰਡਤ ਕੋਲ ਜਾ ਕੇ ਬਹਿ ਜਾਣਾ ਘੜੀ ਘੰਟਾ, ਵੀ ਚਲੋ ਸਾਹ ਲੈਂਦੇ ਆ ਮੂੰਹ ਮੱਤ ਧੋ ਕੇ, ਉਹਦੇ ਨਾਲ ਗੱਲੀ ਡਹਿ ਪੈਣਾ ਅਤੇ ਉਹਨੇ ਕਹਿਣਾ ਵੀ ਤੂੰ ਨਾਮ ਜਪਿਆ ਕਰ। ਮੈਂ ਕਹਿਣਾ ਵੀ ਸਾਨੂੰ ਜੱਟਾਂ ਨੂੰ ਟਾਈਮ ਕਿੱਥੇ, ਤੁਸੀਂ ਤਾਂ ਵਿਹਲੇ ਬੰਦੇ ਹੋ ਪੰਡਤ ਲੋਕ। ਕਹਿੰਦੇ ਨਹੀਂ ਭਾਈ ਇਸ ਤਰ੍ਹਾਂ ਨਹੀਂ ਕਹੀਦਾ, ਸਮਾਂ ਕੱਢਣਾ ਪੈਂਦਾ ਹੈ। ਤੂੰ ਇਉਂ ਕਰ, ਰਾਤ ਦੇ 12 ਵਜੇ ਉੱਠਿਆ ਕਰ ਅਤੇ 12 ਵਜੇ ਉੱਠ ਕੇ ਨਦੀ ਦੇ ਕਿਨਾਰੇ ਬੈਠ ਕੇ ਭਾਵੇਂ ਇਸ਼ਨਾਨ ਨਾ ਹੀ ਕਰ, ਮੂੰਹ ਧੋ ਕੇ ਨਦੀ ਦੇ ਕਿਨਾਰੇ ਬੈਠ ਕੇ ਵਾਹਿਗੁਰੂ ਰਾਮ ਰਾਮ ਦੀ ਮਾਲਾ ਫੇਰਿਆ ਕਰ। ਕਹਿੰਦੇ ਉਹਨੇ ਮੈਨੂੰ ਰਾਮ ਰਾਮ ਆਖਿਆ। ਕਹਿੰਦਾ 1 ਹਫ਼ਤਾ ਮੈਂ ਰਾਮ ਰਾਮ ਜਪਿਆ, 1 ਹਫ਼ਤਾ ਪੂਰਾ। ਉਹਦੇ ਗੱਲ ਕਹਿੰਦਾ ਮੇਰੇ ਮਨ 'ਚ ਘਰ ਕਰ ਗਈ। 2-2.5 ਮਹੀਨੇ ਮੈਂ ਸ਼ਰਾਬ ਵੀ ਪੀਤੀ, ਕਿਉਂਕਿ ਜੀਵਨ ਸੀਗਾ। ਸਾਰੀ ਦਿਹਾੜੀ ਕੰਮ ਕਰਦੇ ਥੱਕ ਜਾਣਾ, ਜਿੰਨਾ ਚਿਰ ਪਿਆਲਾ ਸੁੱਟੋ ਨਾ ਅੰਦਰ ਉਹਨਾਂ 'ਚ ਨੀਂਦ ਨਹੀਂ ਆਉਂਦੀ, ਥਕਾਵਟ ਦੂਰ ਨਹੀਂ ਹੁੰਦੀ। ਸ਼ਰਾਬ ਵੀ ਚੱਲੀ ਅਤੇ ਰਾਮ ਰਾਮ ਵੀ ਚੱਲਿਆ, ਦੋਵੇਂ ਚੀਜ਼ਾਂ ਨਾਲੋਂ ਨਾਲ ਚੱਲੀਆਂ। ਫਿਰ ਅੰਦਰੋਂ ਕਹਿੰਦੇ ਆਤਮਾ ਨੇ ਆਵਾਜ਼ ਦਿੱਤੀ ਵੀ ਉਹ ਤਾਂ ਪੰਡਤ ਹੈ, ਅਤੇ ਪੰਡਤ ਨੇ ਤਾਂ ਰਾਮ ਰਾਮ ਕਹਿਣਾ ਸੀਗਾ, ਅਤੇ ਤੂੰ ਤਾਂ ਦਾੜੇ ਕੇਸਾਂ ਵਾਲਾ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ, ਤੂੰ ਵਾਹਿਗੁਰੂ ਕਹਿ। ਅੰਦਰੋਂ ਕਹਿੰਦਾ ਮਹਾਰਾਜ ਨੇ ਮੈਨੂੰ ਆਖਿਆ ਵੀ ਤੂੰ ਵਾਹਿਗੁਰੂ ਕਹਿ। ਫਿਰ ਕਹਿੰਦਾ ਵਾਹਿਗੁਰੂ ਚਲਾਇਆ ਅਤੇ 2.5 ਮਹੀਨੇ ਤੱਕ ਵਾਹਿਗੁਰੂ ਚੱਲਿਆ। ਫਿਰ 2.5 ਮਹੀਨਿਆਂ ਬਾਅਦ ਆਤਮਾ ਨੇ ਆਖਿਆ ਵੀ ਜਾਂ ਤਾਂ ਪਿਆਲਾ ਛੱਡ ਦੇ ਅਤੇ ਜਾਂ ਵਾਹਿਗੁਰੂ ਛੱਡ ਦੇ, ਦੋਵੇਂ ਕੰਮ ਇਕੱਠੇ ਨਹੀਂ ਕਰੀਦੇ। ਰਾਤ ਨੂੰ ਤੂੰ ਪੀ ਕੇ ਸੌਣਾ, ਨਹਾਉਂਦਾ ਧੋਂਦਾ ਹੈ ਨਹੀਂ ਗਾ, ਝੂਠੇ ਮੂੰਹ ਢਿੱਡ 'ਚੋਂ ਕਿਹੜਾ ਚੀਜ਼ ਚਲੀ ਜਾਂਦੀ ਹੈ। ਅਤੇ ਇਸ ਵਾਸਤੇ ਨਾਮ ਤਾਂ ਸੁੱਚੀ ਜਗ੍ਹਾ 'ਤੇ ਰਹਿੰਦਾ ਹੈ। ਅਤੇ ਤੂੰ ਇਉਂ ਕਰ ਵੀ ਇਹ ਗਲਤ ਕੰਮ ਹੈ ਤੇਰਾ। ਕਹਿੰਦਾ ਫਿਰ ਸ਼ਰਾਬ ਛੱਡ ਦਿੱਤੀ, ਕਿਉਂਕਿ ਨਾਮ ਦਾ ਨਸ਼ਾ ਤਾਂ ਇਹੋ ਜਿਹਾ, ਨਾਮ ਕੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ।
2.5 ਮਹੀਨਿਆਂ ਦੇ ਜਾਪ ਨੇ ਸ਼ਰਾਬ ਛਡਾਤੀ ਤੇ ਅੱਜ ਤੱਕ ਮਹਾਰਾਜ ਦੀ ਕਹਿੰਦੇ ਲਗਾਤਾਰ ਕਿਰਪਾ ਬਣੀ ਹੋਈ ਹੈ। ਤੋ ਇਸ ਲਈ ਪੰਡਤਾਂ ਵੀ ਮਾੜੇ ਨਹੀਂ ਨੇ, ਉਹਨਾਂ ਵੀ ਮੂੰਹ ਦੇ ਨਾਲ ਹਰੀ ਦਾ ਨਾਮ ਜਪਿਆ ਹੈ। ਨਾਮ ਰਸਾਲ ਜਿਨਾ ਮਨ ਵਸਿਆ। ਰਸਾਲ ਅੰਬ ਦਾ ਨਾਮ ਹੈ, ਰਸਾਂ ਦਾ ਘਰ। ਜਿਹੜੇ ਅੱਜ ਕੱਲ੍ਹ ਬੜੇ ਮਿੱਠੇ ਵਿਕਦੇ ਨੇ, ਜਾਂ ਰਸਾਂ ਦਾ ਘਰ ਪਰਮੇਸ਼ਰ ਦਾ ਨਾਮ ਹੈ। ਅੰਬ ਨਾਲੋਂ ਵੀ ਮਿੱਠਾ ਹੈ, ਜਿਨ੍ਹਾਂ ਦੇ ਮਨ ਹਿਰਦੇ 'ਚ ਗੁਰਾਂ ਦੁਆਰਾ ਵਸ ਗਿਆ ਤੇ ਗੁਰਮੁਖ ਪਾਰ ਪਿਆ। ਤੇ ਉਹ ਗੁਰਮੁਖ ਬਣ ਗਏ, ਮੁਖੀ ਗੁਰਾਂ ਦੀ ਸੰਗਤ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਪਏ ਨੇ। ਅਨੰਦ ਤਰੰਗੀ ਨਾਮ ਜਿਨ ਜਪਿਆ। ਅਨੇਕਾਂ ਬ੍ਰਹਿਮੰਡਾਂ ਰੂਪੀ ਲਹਿਰਾਂ ਨੂੰ ਉਠਾਉਣ ਵਾਲੇ ਪਰਮੇਸ਼ਰ ਦਾ ਨਾਮ ਜਿਨ੍ਹਾਂ ਨੇ ਜਪਿਆ, ਮੈਂ ਗਣਤ ਨਾ ਕਰ ਸਕਿਆ। ਮੈਂ ਉਹਨਾਂ ਦੀ ਗਿਣਤੀ ਨਹੀਂ ਕਰ ਸਕਦਾ। ਗੋਬਿੰਦ ਕਿਰਪਾ ਕਰੇ ਥਾਏ ਪਾਏ। ਜਿਹੜਾ ਸਾਧ ਸੰਗਤ ਜੀਓ, ਜਿਸ ਤੇ ਗੋਬਿੰਦ ਪਰਮੇਸ਼ਰ ਮਿਹਰ ਦੀ ਦ੍ਰਿਸ਼ਟੀ ਕਰਦਾ ਤੇ ਉਹਦੀ ਕਰਨੀ ਭਗਤੀ ਨੂੰ ਥਾਈ ਪਾਉਂਦਾ, ਲੇਖੇ 'ਚ ਪਾ ਲੈਂਦਾ। ਜੋ ਹਰ ਪ੍ਰਭ ਮਨ ਪਾਇਆ। ਜੋ ਹਰੀ ਪਰਮੇਸ਼ਰ ਦੇ ਹਿਰਦੇ ਵਿੱਚ ਭਾ ਜਾਂਦਾ ਹੈ। ਗੁਰ ਧਾਰ ਕਿਰਪਾ ਹਰ ਨਾਮ ਦ੍ਰਿੜਾਇਓ। ਜਿਨ੍ਹਾਂ ਤੇ ਗੁਰਾਂ ਨੇ ਕਿਰਪਾ ਦ੍ਰਿਸ਼ਟੀ ਧਾਰ ਕੇ ਹਰੀ ਨਾਮ ਦ੍ਰਿੜ ਕਰਵਾਇਆ ਹੈ। ਜਨ ਨਾਨਕ ਨਾਮ ਲਿਆ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਉਹਨਾਂ ਜਨਾਂ ਨੇ ਪਰਮੇਸ਼ਰ ਦਾ ਨਾਮ ਲਿਆ, ਉਚਾਰਿਆ। ਉਹਨਾਂ ਜਨਾਂ ਨੂੰ ਨਾਮੀ ਪਰਮੇਸ਼ਰ ਨੇ ਆਪਣੇ 'ਚ ਲੀਨ ਕਰ ਲਿਆ, ਜਿਨ੍ਹਾਂ 'ਤੇ ਕਿਰਪਾ ਦ੍ਰਿਸ਼ਟੀ ਮਹਾਰਾਜ ਨੇ ਕੀਤੀ ਹੈ। ਇੱਥੇ ਸਮਾਪਤੀ ਹੈ ਜੀ। ਭੁੱਲ ਚੁੱਕ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਗੋਬਿੰਦ ਕਿਰਪਾ ਕਰੇ ਥਾਏ ਪਾਏ। ਜੋ ਹਰ ਪ੍ਰਭ ਮਨ ਭਾਇਆ। ਗੁਰ ਧਾਰ ਕਿਰਪਾ ਹਰ ਨਾਮ ਦ੍ਰਿੜਾਇਓ। ਜਨ ਨਾਨਕ ਨਾਮ ਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ